ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਹਰ ਰੇਖ ਭੇਖ ਤੂੰ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ ਅਮਿਤੋਜ ਕਹਿਚੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ ਤਿਰ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਮਨ ਤ੍ਰਿਣ ਕਹਿਤ ਤਵੈ ਸਰਬ ਨਾਮ ਕਥੈ ਕਵਨਾ ਕਰਮ ਨਾਮ ਵਰਨਤ ਸੁਮਤ ਅਸ ਕਿਰਪਾਨ ਖੰਡੋ ਖੜਗ ਤੁਬਕ ਤਬਰ ਅਰ ਤੀਰ ਸੈਫ ਸੋਰੋਹੀ ਸਹਿਥੀ ਯਹ ਹਮਾਰੇ ਪੀਰ ਮੈਂ ਨ ਗਨਿਸ ਹੈ ਪ੍ਰਥਮ ਮਨਾਉ ਕਿਸਨ ਬਿਸਨ ਕਬਹੂ ਨਹਿ ਧਿਆਉ ਕੌਣ ਸੁਨੇ ਪਹਿਚਾਨ ਨ ਤਿਨ ਸੋ ਲਿਵ ਲਾਗੀ ਮੋਰੀ ਪਗ ਇਨਸੋ ਮਹਾਕਾਲ ਰਖਵਾਰ ਹਮਾਰੋ ਮਹਾਲੋਹ ਮੈਂ ਕਿੰਕਰ ਥਾਰੋ ਆਪਣਾ ਜਾਨ ਮੁਝੇ ਪ੍ਰਤ ਪਰਿਐ ਚੋਨ ਚੋਨ ਸੱਤਰ ਹਮਾਰੇ ਮਰੀਐ ਦੇਗ ਤੇਗ ਜਗ ਮੈਂ ਦੋ ਚੱਲੈ ਰਾਖ ਆਪ ਮੋਹਿ ਔਰ ਨਾ ਦਲੈ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਮੁਖ ਊਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਸਾਵਲ ਛੰਦ ਜਿਤੇ ਰਾਮ ਹੋਏ ਸਭੈ ਅੰਤ ਮੁਏ ਜਿਤੇ ਕਿਸਨ ਹੋਏ ਹੈ ਸਭ ਅੰਤ ਜਹਾਂ ਜਿਤੇ ਰਾਮ ਹੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗਰੀਬ ਨਵਾਜ ਪਤਿਤ ਪਾਵਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ
ਸਰਬੰਸ ਦਾਨੀ, ਫੌਜਾਂ ਦੇ ਮਾਲਕ, ਅੰਮ੍ਰਿਤ ਕੇ ਦਾਤੇ, ਗਰੀਬ ਨਵਾਜ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਭਗਤ ਵਤਸਲ ਪਤਿਤ ਪਾਵਨ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀਓ, ਆਪ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ, ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ, ਬਾਣੀ ਪੜ੍ਹ ਸੁਣ ਕੇ ਲਾਹਾ ਲੈ ਰਹੇ ਹੋ। ਗੁਰੂ ਮਹਾਰਾਜ ਜੀ ਦੇ ਸੁੰਦਰ ਦਰਬਾਰ ਦੀਵਾਨ ਸਜੇ ਹਨ। ਬੇਅੰਤ ਸੰਗਤਾਂ ਹੀ ਤਿਲ ਫੁੱਲ ਭੇਟਾ ਗੁਰੂ ਜੀ ਨੂੰ ਅਰਪਣ ਕਰਕੇ ਆਪਣੀਆਂ ਮਨੋਕਾਮਨਾਵਾਂ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਦੀਆਂ ਹਨ। ਗੁਰੂ ਕਲਗੀਧਰ ਪਿਤਾ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜਿਨ੍ਹਾਂ ਦੇ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਆਪਾਂ ਬਚਿੱਤਰ ਨਾਟਕ ਦੀ ਕਥਾ ਸਰਵਣ ਕਰ ਰਹੇ ਹਾਂ, ਜਿਸ ਵਿੱਚ ਸੱਚੇ ਪਾਤਸ਼ਾਹ ਜੀ ਨੇ ਉਸ ਅਕਾਲ ਪੁਰਖ ਨੂੰ ਕਾਲ ਰੂਪ ਦੱਸਦੇ ਹੋਏ ਮਹਾਕਾਲ, ਜਿਸ ਨੇ ਸਮੇਂ ਨਾਲ ਸਾਰੇ ਵੱਡੇ ਵੱਡੇ ਦੇਵੀ ਦੇਵਤੇ ਦੈਂਤ, ਸਾਰੀ ਬਨਸਪਤੀ ਬ੍ਰਹਿਮੰਡ ਖੰਡ ਆਪਣੇ ਅਧੀਨ ਕਰਕੇ ਰੱਖੇ ਹੋਏ ਹੈ, ਸਭ ਕਾਲ ਦੇ ਵਸ ਹਨ। ਇੱਕ ਜਿਹੜੇ ਉਸ ਅਕਾਲ ਪੁਰਖ ਦੀ ਸ਼ਰਨ ਲੈਂਦੇ ਹਨ, ਉਹ ਅਮਰ ਅਬਿਨਾਸੀ ਹੋ ਜਾਂਦੇ ਹੈ। ਜੋ ਕਾਲ ਬੜਾ ਬਲੀ ਹੈ, ਜਿਸ ਨੇ ਸਭ ਨੂੰ ਨਿਗਲ ਲਿਆ ਹੈ, ਉਸ ਦਾ ਵੀ ਜੋ ਕਾਲ ਹੈ ਮਹਾਕਾਲ, ਉਹਦਾ ਰੂਪ ਹੀ ਹੈ ਕਾਲ, ਜਿਸ ਕਰਕੇ ਮਹਾਰਾਜ ਜੀ ਨੇ ਇੱਥੇ ਕਥਨ ਕੀਤਾ ਹੈ। ਪਿੱਛੇ ਸਤਿਗੁਰੂ ਜੀ ਨੇ ਜੋ ਆਪਾਂ 69 ਬੰਦ ਛੰਦ ਕਰ ਚੁੱਕੇ ਹਾਂ ਬਚਿੱਤਰ ਨਾਟਕ ਬਾਣੀ ਦੇ, ਵੀ ਕਰੋੜਾਂ ਕਰੋੜ ਜਿਨ੍ਹਾਂ ਨੇ ਕਿਲੇ ਜਿੱਤੇ ਸਨ, ਵੱਡੇ ਵੱਡੇ ਰਾਜਿਆਂ ਨੇ, ਸੂਰਬੀਰਾਂ ਨੇ ਜੰਗ ਯੁੱਧ ਕੀਤੇ, ਸੰਘਰਸ਼ ਕੀਤੇ, ਕੁਰਬਾਨੀਆਂ ਕੀਤੀਆਂ, ਉਹ ਸਾਰੇ ਦੀਨ ਹੋਏ, ਨਿਮਾਣੇ ਹੋਏ, ਡਿੱਗੇ ਹੋਏ ਉਸ ਅਕਾਲ ਪੁਰਖ ਦੇ ਕਾਲ ਰੂਪ ਦੇ ਅੱਗੇ ਮਾਰੇ ਹੋਏ ਦੇਖੇ ਗਏ ਹਨ, ਦੇਖੇ ਜਾਂਦੇ ਹਨ। ਜਿਨ੍ਹਾਂ ਨੇ ਇੱਕ ਯੁੱਗ ਨਹੀਂ ਕਈ ਕਰੋੜਾਂ ਕਰੋੜ ਯੁੱਗ ਪਾਤਸ਼ਾਹੀਆਂ ਬਾਦਸ਼ਾਹੀਆਂ ਕੀਤੀਆਂ ਹਨ, ਭਾਂਤ ਭਾਂਤ ਦੇ ਰਸ ਅਨਰਸ ਮਾਣੇ, ਅਤੇ ਉਹ ਵੀ ਕਾਲ ਦੇ ਮਾਰੇ ਦੀਨ ਹੋਏ ਅੰਤ ਨੂੰ ਨੰਗੇ ਹੀ ਪੈਰੀ ਗਏ ਹਨ। ਹੁਣ ਗੁਰੂ ਮਹਾਰਾਜ ਜੀ ਉਸ ਮਹਾਕਾਲ ਵਾਹਿਗੁਰੂ ਨੂੰ ਦਰਸਾਉਂਦੇ ਹੋਏ, ਜਿਹੜੇ ਜੁੱਗਾਂ ਜੁੱਗਾਂ ਵਿੱਚ ਅਵਤਾਰ ਹੋਏ ਹੈ, ਵੀ ਉਹ ਅਵਤਾਰ ਵੀ ਇਸ ਕਾਲ ਦੇ ਵਸ ਅਖੀਰ ਨੂੰ ਹੋਏ। ਸਤਿਗੁਰੂ ਮਹਾਰਾਜ ਜਿਵੇਂ ਜੁੱਗਾਂ ਜੁੱਗਾਂ ਦੇ ਅਵਤਾਰਾਂ ਦੇ ਰਾਹੀਂ ਸਾਨੂੰ ਇਸ ਬਾਣੀ ਵਿੱਚ ਸਿੱਖਿਆ ਦੇ ਰਹੇ ਹਨ, ਅੱਗੇ ਜਿਵੇਂ ਉਚਾਰ ਰਹੇ ਹੈ ਬਾਣੀ। ਆਓ ਆਪਾਂ ਕਥਾ ਵਿਚਾਰ ਉਹਦੀ ਸਰਵਣ ਕਰੀਏ। ਕਥਾ ਵਿਚਾਰ ਸਰਵਣ ਕਰਨ ਤੋਂ ਪਹਿਲਾਂ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਨਵਾਓ ਸੀਸ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਰਸਾਵਲ ਛੰਦ ਜਿਤੇ ਰਾਮ ਹੋਏ। ਰਸਾਵਲ ਛੰਦ ਜਿਹਦੇ ਵਿੱਚ ਰਸ ਵਾਲੀਆਂ ਆਵਲ ਕਹੀਏ ਪੰਕਤੀਆਂ ਵਾਲਾ ਛੰਦ ਹੈ, ਜੋ ਇਹ ਸੰਸਾਰੀ ਰਸ ਤੋਂ ਪਰੇ ਕਰ ਦੇਣ ਵਾਲੀਆਂ ਜਣਾਉਣ ਵਾਲੀਆਂ ਪੰਕਤੀਆਂ ਆਉਂਦੀਆਂ ਹੈ। ਉਹ ਛੰਦ ਵਿੱਚ ਮਹਾਰਾਜ ਕਹਿ ਰਹੇ ਜਿਤੇ ਰਾਮ ਹੋਏ। ਜਿੰਨੇ ਵੀ ਮਹਾਰਾਜਾ ਦਸ਼ਰਥ ਦੇ ਸਪੁੱਤਰ ਤ੍ਰੇਤੇ ਯੁੱਗ ਵਿੱਚ ਸ਼੍ਰੀ ਰਾਮ ਚੰਦਰ ਭਗਵਾਨ ਹੋਣੀ ਹੋਏ ਹੈ, ਜਿੰਨੇ ਵੀ, ਇੱਕ ਨਹੀਂ, ਜਿੰਨੇ ਵੀ, ਜਿਵੇਂ ਗੁਰਬਾਣੀ 'ਚ ਰੋਜ਼ ਹੀ ਰਹਿਰਾਸ ਸਾਹਿਬ 'ਚ ਪੜ੍ਹਿਆ ਜਾਂਦਾ ਹੈ, ਅਕਾਲ ਪੁਰਖ ਕੀ ਦੇਹ ਮੋਹ ਕੋਟਿਕ ਬਿਸ਼ਨ ਮਹੇਸ਼, ਕੋਟ ਇੰਦਰ ਬ੍ਰਹਮਾ ਕਿਤੇ ਰਾਵ ਸਸ ਕਰੋੜ ਜਲੇਸ। ਇਹ ਬ੍ਰਹਮਾ ਇੰਦਰ ਵੀ ਕਰੋੜਾਂ ਹੀ ਹੈ। ਕਾਲ ਪੁਰਖ ਕੀ ਦੇਹ ਮੋਹ ਕੋਟਿਕ ਬਿਸ਼ਨ ਮਹੇਸ਼, ਸ਼ਿਵ ਜੀ ਕਰੋੜਾਂ ਵਿਸ਼ਨੂੰ ਹਨ। ਵਿਸ਼ਨੂੰ ਭਗਵਾਨ ਦੇ ਅਵਤਾਰ ਹਨ ਸ਼੍ਰੀ ਰਾਮ ਚੰਦਰ ਜੀ। ਜਦੋਂ ਕਰੋੜਾਂ ਹੀ ਵਿਸ਼ਨੂੰ ਤੇ ਫਿਰ ਜਿਹੜੇ ਹੈ ਰਾਮ ਚੰਦਰ ਜੀ ਵੀ ਕਰੋੜਾਂ ਹੀ ਹੋ ਗਏ ਆਪਣੇ ਆਪ, ਕਿਉਂਕਿ ਉਹਨਾਂ ਦੇ ਅਵਤਾਰ ਹਨ। ਇਸ ਤਰ੍ਹਾਂ ਕਿਉਂਕਿ ਜਿਤੇ ਦਾ ਅਰਥ ਬਹੁਵਾਚਕ ਦੇ ਨਾਲ ਲੱਗਦਾ ਅਰਥ। ਕੋਟ ਬਿਸ਼ਨ ਕੀਨੇ ਅਵਤਾਰ, ਕੋਟ ਬ੍ਰਹਮੰਡ ਜਾ ਕੇ ਧਰਮਸਾਲ, ਕੋਟ ਮਹੇਸ਼ ਉਪਾਏ ਸਮਾਏ, ਕੋਟ ਬ੍ਰਹਮੇ ਜਗ ਸਾਜਨ ਲਾਏ। ਕਰੋੜਾਂ ਹੀ ਬ੍ਰਹਮੇ ਸ਼ਿਵ ਜੀ ਪੈਦਾ ਤੇ ਬ੍ਰਹਮੰਡ ਪੈਦਾ ਕੀਤੇ ਹੋਏ। ਇੱਕ ਬ੍ਰਹਮੰਡ ਵਿੱਚ 21 ਪੁਰੀਆਂ ਹਨ, 7 ਦੀਪ, 7 ਪਾਤਾਲ, 7 ਆਕਾਸ਼ ਹੈ। ਤੇ ਇੱਕ ਬ੍ਰਹਮੰਡ ਵਿੱਚ 4 ਯੁੱਗ ਹੋ ਰਹੇ ਹੈ। ਤੇ ਤ੍ਰੇਤੇ ਯੁੱਗ ਵਿੱਚ ਰਾਮ ਚੰਦਰ ਜੀ ਹੁੰਦੇ ਹਨ। ਇੱਕ ਬ੍ਰਹਮੰਡ 'ਚ ਇੱਕ ਰਾਮ ਚੰਦਰ ਜੀ ਸਿੱਧਾ ਸਪਸ਼ਟ। ਤੇ ਉਹ ਕੋਟ ਬ੍ਰਹਮੰਡ ਕੋ ਠਾਕਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ। ਰੋਮ ਰੋਮ ਵਿੱਚ ਰੱਖਿਓਨ ਕਾਰ ਕਰੋੜ ਬ੍ਰਹਮੰਡ ਸਮਾਰਾ। ਇੱਕ ਕਿ ਇੱਕ ਰੋਮ ਵਿੱਚ ਕਰੋੜਾਨ ਕਰੋੜ ਬ੍ਰਹਮੰਡ ਰੱਖੇ ਹੈ। ਤੇ ਇੱਕ ਬ੍ਰਹਮੰਡ ਵਿੱਚ ਸ਼੍ਰੀ ਰਾਮ ਚੰਦਰ ਜੀ ਹੋ ਗਏ ਤ੍ਰੇਤੇ ਯੁੱਗ 'ਚ। ਤੇ ਕਿੰਨੇ ਹੋ ਗਏ ਉਹਦਾ ਤਾਂ ਇੱਕ ਰੋਮ ਜੀ ਹੀ ਨਹੀਂ ਪਤਾ ਵੀ ਕਿੰਨੇ ਕਰੋੜਾਂ ਕਰੋੜ ਬ੍ਰਹਮੰਡ ਰੱਖੇ। ਤੇ ਰੋਮ ਉਹਦੇ ਵਾਹਿਗੁਰੂ ਦੇ ਕਿੰਨੇ ਹਨ। ਇਸੇ ਤਰ੍ਹਾਂ ਇੱਕ ਆ ਹੁਣ ਇੱਕ ਬ੍ਰਹਮੰਡ ਧਰਤੀ ਮਾਤ ਲੋਕ ਹੈ, ਇਹ ਨਸ਼ਟ ਥੋੜ੍ਹੀ ਹੋ ਚੱਲਿਆ। ਹੁਣ ਕਲਯੁੱਗ ਵਰਤ ਰਿਹਾ, ਕਲਯੁੱਗ ਬੀਤੇਗਾ, ਫਿਰ ਸਤਯੁੱਗ ਆਏਗਾ, ਫਿਰ ਤ੍ਰੇਤਾ ਆਏਗਾ, ਫਿਰ ਰਾਮ ਚੰਦਰ ਜੀ ਹੋਣਗੇ। ਤੇ ਉਹ ਰਾਮ ਚੰਦਰ ਇੱਕ ਧਰਤੀ ਦੇ ਉੱਪਰ ਹੀ ਬਾਰ ਬਾਰ ਆਉਂਦੇ ਹਨ। ਇਹ ਜਦੋਂ ਹਨੂੰਮਾਨ ਉਹ ਭਗਵਾਨ ਜੀ ਦੀ ਮੁੰਦਰੀ ਲੈ ਕੇ ਇੱਕ ਥਾਂ 'ਤੇ ਅਨਾਜ ਲੈਣ ਗਏ ਸਨ ਸ਼੍ਰੀ ਰਾਮ ਚੰਦਰ ਜੀ ਭਗਵਾਨ ਵਾਸਤੇ ਹੀ। ਤੇ ਉੱਥੇ ਜਦੋਂ ਮਾਈ ਦੇ ਗਏ ਤਾਂ ਮਾਈ ਕਹਿੰਦੀ ਛੱਲਾ ਤੁਸੀਂ ਸੁੱਟ ਦਿਓ ਖੂਹ ਦੇ ਵਿੱਚ। ਜਦੋਂ ਛੱਲਾ ਸੁੱਟਣ ਗਏ ਆ ਤੇ ਪਹਿਲਾਂ ਸੋਚਿਆ ਵੀ ਇੰਨਾ ਕੀਮਤੀ ਛੱਲਾ, ਇਹ ਮਾਈ ਨੇ ਕਦਰ ਹੀ ਨਹੀਂ ਕੀਤੀ। ਹਨੂੰਮਾਨ ਜੀ ਨੇ ਸੋਚਿਆ। ਜਦੋਂ ਛੱਲਾ ਸੁੱਟਣ ਗਏ ਆ ਤੇ ਵੇਖਿਆ ਉੱਥੇ ਤੇ ਉਹੋ ਜਿਹੀਆਂ ਮੁੰਦਰੀਆਂ ਪਤਾ ਹੀ ਨਹੀਂ ਵੀ ਕਿੰਨੀਆਂ ਪਈਆਂ ਉਹਦੇ ਨਾਲ ਦੀਆਂ। ਕਹਿੰਦੇ ਮਾਤਾ ਜੀ ਇਹ ਕੀ? ਉਹ ਹੱਸ ਕੇ ਕਹਿਣ ਲੱਗੇ ਹਨੂੰਮਾਨ ਅੱਜ ਜਿੰਨੀਆਂ ਮੁੰਦਰੀਆਂ ਪਈਆਂ ਨਾ ਇੰਨੀ ਵਾਰੀ ਸ਼੍ਰੀ ਰਾਮ ਚੰਦਰ ਜੀ ਹੋਏ ਹੈ, ਇੰਨੀ ਵਾਰੀ ਰਾਵਣ ਨੂੰ ਮਾਰਿਆ ਹੈ, ਇੰਨੀ ਵਾਰੀ ਤੂੰ ਸਾਡੇ ਪਾਸ ਅੰਨ ਅਨਾਜ ਲੈਣ ਆਇਆ ਹੈ। ਇਹ ਮਾਇਆ ਦੇਖ ਕੇ ਹੈਰਾਨ ਹਨੂੰਮਾਨ ਜੀ। ਭਾਵੇਂ ਇੰਨੇ ਰਾਮ ਚੰਦਰ ਜੀ ਹੋ ਚੁੱਕੇ ਹੈ, ਇੱਕ ਨਹੀਂ। ਕਲਯੁੱਗ ਵੀ ਇੱਕ ਨਹੀਂ, ਕਲਯੁੱਗ ਕਈ ਹੈ। ਸਵਖਤ ਹੀ ਜਿੰਨੇ ਬ੍ਰਹਮੰਡ ਉਹਨਾਂ 'ਚ ਕਲਯੁੱਗ ਵਰਤ ਰਿਹਾ ਹੈ। ਤੇ ਇਸੇ ਤਰ੍ਹਾਂ ਉਹਨੇ ਭਗਤ ਕਈ ਕੁਝ ਅਵਤਾਰ ਹੋ ਜਾਂਦੇ ਨਾਲ ਦੀ ਨਾਲ। ਜਿੰਨੇ ਬ੍ਰਹਮੰਡ ਜਿੰਨੇ ਯੁੱਗ ਉਹਨੇ ਅਵਤਾਰ। ਗੁਰੂ ਮਹਾਰਾਜ ਕਹਿ ਰਹੇ ਖਾਲਸਾ ਜੀ ਆ ਜਿੰਨੇ ਵੀ ਦਸ਼ਰਥ
ਮਹਾਰਾਜੇ ਦੇ ਸੁਪੁੱਤਰ ਸਮੇਂ ਦੇ ਅਵਤਾਰ ਤ੍ਰੇਤੇ ਯੁੱਗ ਵਿੱਚ ਸ਼੍ਰੀ ਰਾਮਚੰਦਰ ਜੀ ਹੋਏ ਹਨ। ਸਭੈ ਅੰਤ ਮੂਏ। ਉਹ ਸਾਰੇ ਕਾਲ ਦੇ ਵਸ ਹੋਏ ਅੰਤ ਨੂੰ ਸਰੀਰ ਛੱਡ ਕੇ ਮਰ ਗਏ ਹਨ, ਅੰਤ ਨੂੰ ਮੁਏ ਹੋ ਗਏ ਹਨ। ਜਿਤੇ ਕਿਸ਼ਨ ਹੋਏ ਹੈ। ਜਿਤਨੇ ਫਿਰ ਕ੍ਰਿਸ਼ਨ ਭਗਵਾਨ ਜੀ ਹੋਏ ਆ ਦੁਆਪਰ ਯੁੱਗ ਵਿੱਚ। ਇੱਥੇ ਹਾਹੇ ਦੇ ਪੈਰ 'ਚ ਵਵਾ ਲਾ ਕੇ ਦਲਾਵਾਂ ਲਾਈਆਂ, ਕਈ ਇਹ ਵੀ ਪਾਠ ਲਿਖਿਆ ਹੈ, ਸ਼ੁੱਧ ਪਾਠ ਜੋ ਹਾਹੇ ਔਂਕੜ ਈੜੀ ਸਿਆਰੀ ਹੀ ਹੈ ਵੀ ਜਿੰਨੇ ਕ੍ਰਿਸ਼ਨ ਦੁਆਪਰ ਯੁੱਗ ਵਿੱਚ ਹੋਏ ਹਨ, ਇਸੇ ਤਰ੍ਹਾਂ ਉਹਨਾਂ ਦਾ ਸਮਝ ਲੈਣਾ ਜਿਵੇਂ ਸ਼੍ਰੀ ਰਾਮਚੰਦਰ ਭਗਵਾਨ ਜੀ ਦਾ ਦੱਸਿਆ। ਜਿਵੇਂ ਤ੍ਰੇਤਾ ਯੁੱਗ ਬਾਰ-ਬਾਰ ਆਉਂਦਾ ਹੈ, ਦੁਆਪਰ ਯੁੱਗ ਵੀ ਬਾਰ-ਬਾਰ ਆਉਂਦਾ ਹੈ। ਕਰੋੜਾਂ ਬ੍ਰਹਿਮੰਡਾਂ ਵਿੱਚ 4-4 ਯੁੱਗ ਵਰਤ ਰਹੇ ਹੈ, ਕਈ ਵਾਰ 19 ਵਾਰ ਕ੍ਰਿਸ਼ਨ ਭਗਵਾਨ ਜਿਹੜੇ ਹੋ ਰਹੇ ਹੈ। ਜਿੰਨੇ ਵੀ ਕ੍ਰਿਸ਼ਨ ਜੀ ਜਿਹੜੇ ਹੈ ਹੋਏ ਹਨ, ਸਭ ਅੰਤ ਜਹ। ਉਹ ਵੀ ਸਾਰੇ ਅੰਤ ਨੂੰ ਚਲੇ ਗਏ ਹੈ। ਦੁਆਪਰ ਆਉਂਦਾ, ਦੁਆਪਰ ਯੁੱਗ ਬੀਤਦਾ, ਉਹ ਸਰੀਰ ਛੱਡ ਕੇ ਚਲੇ ਜਾਂਦੇ ਹਨ। ਚਲੇ ਗਏ ਹੈ, ਹੁਣ ਵੀ ਚਲੇ ਜਾਣਗੇ। ਅੱਜ ਦੇ ਵਰਤਮਾਨ 'ਚ ਵੀ ਚਲੇ ਜਾ ਰਹੇ ਹੈ। ਉਹ ਵਾਹਿਗੁਰੂ ਦੀ ਮੌਜ ਇੱਥੇ ਕਲਯੁੱਗ ਹੈ, ਕੀ ਪਤਾ ਕਿਹੜੇ ਬ੍ਰਹਿਮੰਡ ਵਿੱਚ ਹੁਣ ਦੁਆਪਰ ਵਰਤ ਰਿਹਾ ਹੋਵੇ, ਇਹ ਸਾਨੂੰ ਥੋੜ੍ਹੀ ਪਤਾ ਹੈ। ਅਤੇ ਉਹ ਕ੍ਰਿਸ਼ਨ ਜੀ ਵੀ ਚਲੇ ਜਾ ਰਹੇ ਹੈ ਹੁਣ ਫੇਰ, ਅਤੇ ਚਲੇ ਜਾਣਗੇ। ਅੱਗੇ ਯੁੱਗ ਹੋਣੇ ਬੀਤਣੇ ਹੈ, ਉਹਨਾਂ ਵਿੱਚ ਸਾਰੇ ਅੰਤ ਨੂੰ ਇਹ ਕ੍ਰਿਸ਼ਨ ਜਿੰਨੇ ਵੀ ਹੋਏ ਚਲੇ ਜਾਣਗੇ, ਚਲੇ ਗਏ ਹਨ। ਜਿਤੇ ਦੇਵ ਹੋਸੀ। ਜਿੰਨੇ ਵੀ ਦੇਵੀ ਦੇਵਤੇ ਹੋਏ ਹੈ ਹੋਣਗੇ, ਸਭ ਅੰਤ ਜਾਸੀ। ਸਾਰੇ ਅੰਤ ਨੂੰ ਚਲੇ ਗਏ ਹਨ ਤੇ ਸਾਰੇ ਅੰਤ ਨੂੰ ਚਲੇ ਜਾਣਗੇ, ਕਾਲ ਦੇ ਵਸ ਹੋਏ। ਜਿਤੇ ਬੋਧ ਹੋਏ ਹੈ। ਜਿੰਨੇ ਫਿਰ ਬੁੱਧ ਅਵਤਾਰ ਹੋਏ ਹਨ, ਮਹਾਤਮਾ ਬੁੱਧ, ਜਾਂ ਬੋਧ ਦਾ ਅਰਥ ਗੌਤਮ ਵੀ ਹੈ, ਗੌਤਮ ਬੁੱਧ ਵੀ ਹੋਏ ਹੈ ਅਵਤਾਰ। ਜਿੰਨੇ ਗੌਤਮ ਬੁੱਧ ਦੇ ਅਵਤਾਰ, ਮਹਾਤਮਾ ਬੁੱਧ ਦੇ ਅਵਤਾਰ ਹੋਏ ਹਨ, ਜੋ ਵਿਸ਼ਨੂੰ ਭਗਵਾਨ ਦੇ ਅਵਤਾਰ ਸਨ, ਉਹ ਕਰੋੜਾਂ ਹੀ ਵਿਸ਼ਨੂੰ ਜੀ ਹੋਏ ਹੈ ਅਤੇ ਫਿਰ ਕਰੋੜਾਂ ਹੀ ਮਹਾਤਮਾ ਬੁੱਧ ਹੋਏ। ਇਸ ਤਰ੍ਹਾਂ ਜਿੰਨੇ ਬੁੱਧ ਅਵਤਾਰ, ਗੌਤਮ ਅਵਤਾਰ ਹੋਏ ਹਨ, ਸਭ ਅੰਤ ਸ਼ਹ। ਸਾਰੇ ਅੰਤ ਨੂੰ ਸ਼ਹਿ ਕਹੀਏ ਨਾਸ ਹੋ ਗਏ ਹਨ। ਪਹਿਲਾਂ ਵੀ ਹੁਣ ਵੀ ਹੋ ਜਾਣਗੇ ਆਉਣ ਵਾਲੇ ਯੁੱਗਾਂ ਵਿੱਚ। ਜਿਤੇ ਦੇਵ ਰਾਯੰ। ਫਿਰ ਜਿੰਨੇ ਵੀ ਦੇਵ ਰਾਯੰ, ਜਿੰਨੇ ਵੀ ਦੇਵਤਿਆਂ ਦੇ ਰਾਜੇ ਕੌਣ? ਇੰਦਰ। ਜਿੰਨੇ ਵੀ ਦੇਵਤੇ ਅਤੇ ਰਾਇੰ ਕਹੀਏ ਰਾਜੇ ਦੇਵਤਿਆਂ ਦੇ, ਜਿੰਨੇ ਦੇਵਤਿਆਂ ਦੇ ਰਾਜੇ ਇੰਦਰ ਹੋਏ ਹਨ, ਸਭ ਅੰਤ ਜਾਯੰ। ਸਾਰੇ ਅੰਤ ਨੂੰ ਜਿਹੜਾ ਹੈ ਉਹ ਚਲੇ ਗਏ ਹਨ ਅਤੇ ਚਲੇ ਜਾਣਗੇ। ਜਿਹੜੇ ਹੈ ਬ੍ਰਹਮਾ ਦੀ ਸਾਧ ਸੰਗਤ ਜੀ ਕਲਪ ਦਿਨ ਵਿੱਚ 4 ਯੁੱਗ ਹੋਣ ਅਤੇ ਇੱਕ ਚੌਂਕੜੀ ਅਤੇ 1000 ਚੌਂਕੜੀ ਦਾ ਬ੍ਰਹਮਾ ਦਾ ਦਿਨ ਹੀ। ਪਤਾ ਹੀ ਗਿਣਤੀ ਮਿਣਤੀ ਕੋਈ ਨਹੀਂ, ਲੱਖਾਂ ਸਾਲਾਂ ਦੀ। 2000 ਯੁੱਗਾਂ ਦੀ ਚੌਂਕੜੀ ਹੋਵੇ ਅਤੇ ਬ੍ਰਹਮਾ ਜੀ ਦਾ ਰਾਤ ਦਿਨ। ਅਤੇ ਇਸੇ ਤਰ੍ਹਾਂ ਦੇ 365 ਉਹਨੂੰ ਕਹੀਦਾ ਕਲਪ ਦਿਨ। ਉਸ ਕਲਪ ਦਿਨ ਦੇ 365 ਦਿਨ ਹੋਣ 'ਤੇ ਬ੍ਰਹਮਾ ਜੀ ਦਾ 1 ਸਾਲ। ਅਤੇ ਉਹ ਜੇ 100 ਸਾਲ ਬੀਤਣ ਅਤੇ ਬ੍ਰਹਮਾ ਜੀ ਦੀ ਉਮਰ ਪੂਰੀ ਹੋ ਜਾਂਦੀ ਹੈ। ਬ੍ਰਹਮਾ ਜੀ ਦੇ ਸਰੀਰ ਛੱਡਣ ਦੇ ਵਿੱਚ 14 ਇੰਦਰ ਦੇਵਤੇ ਜਿਹੜੇ ਆ ਉਹ ਰਾਜ ਭਾਗ ਛੱਡ ਕੇ ਅਤੇ ਮਰ ਜਾਂਦੇ ਹੈ। ਅਤੇ ਬ੍ਰਹਮਾ ਜੀ ਦੇ ਸਰੀਰ ਛੱਡਣ ਦੇ ਵਿੱਚ ਹੀ 14 ਇੰਦਰੀ ਜਿਹੜੇ ਮਰ ਜਾਂਦੇ ਹੈ। ਅਤੇ ਸਾਧ ਸੰਗਤ ਜੀ ਫਿਰ ਕਿੰਨੇ ਇੰਦਰ ਦੇਵਤੇ ਹੋ ਗਏ? ਗਿਣਤੀ ਮਿਣਤੀ ਕੋਈ ਨਹੀਂ।
ਜਿੰਨੇ ਦੇਵਤਿਆਂ ਦੇ ਰਾਜੇ ਇੰਦਰ ਹਨ ਸਾਰੇ ਅੰਤ ਨੂੰ ਚਲੇ ਗਏ ਆ ਤੇ ਚਲੇ ਜਾਣਗੇ। ਜਿਤੇ ਦੈਤ ਏ ਸੰ ਫਿਰ ਜਿੰਨੇ ਵੀ ਦੈਤਾਂ ਦੇ ਦੈਂਤਾਂ ਦੇ ਈਸ਼ ਮਾਲਕ ਹਨ, ਵੱਡੇ ਦੈਂਤ, ਸਭ ਤੋਂ ਪਹਿਲੇ ਮਧ ਕੀਟਬ, ਮਧ ਕੈਟਬ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਇਹ ਵੀ ਦੈਂਤਾਂ ਦੇ ਮਾਲਕ। ਫਿਰ ਜਦੋਂ ਯੁੱਗ ਬਣੇ ਹੈ ਤੇ ਅਯੁੱਗਾਂ ਵਿੱਚ ਹਿਰਨ ਕਸ਼ਪ ਹਰਨਾਕਸ਼ ਦੈਂਤਾਂ ਦੇ ਮਾਲਕ, ਸੁੰਭ ਤੇ ਨਿਸੁੰਭ ਦੈਂਤਾਂ ਦੇ ਮਾਲਕ, ਜਿੰਨੇ ਵੀ ਹੋਏ ਹਨ ਵੱਡੇ ਦੈਂਤ। ਤਿਤਿਓ ਕਾਲ ਲੇਸੰ ਤਿਤਨਿਆ ਉਹਨਾਂ ਸਾਰਿਆਂ ਨੂੰ ਕਾਲ ਨੇ ਲੇਸੰ ਕਹੀਏ ਨਾਸ ਕਰ ਦਿੱਤਾ ਹੈ, ਖਤਮ ਕਰ ਦਿੱਤਾ, ਨਾਸ ਕਰ ਦਿੱਤਾ ਅੰਤ ਨੂੰ। ਨਰ ਸਿੰਘ ਅਵਤਾਰੰ ਫਿਰ ਜੋ ਪ੍ਰਹਲਾਦ ਭਗਤ ਜੀ ਦੀ ਰੱਖਿਆ ਕਰਨ ਵਾਸਤੇ ਨਰਸਿੰਘ ਅਵਤਾਰ ਹੋਇਆ ਭਗਵਾਨ ਵਿਸ਼ਨੂੰ ਜੀ ਦਾ, ਵਹੇ ਕਾਲ ਮਾਰੰ ਉਸ ਨੂੰ, ਉਸ ਨਰਸਿੰਘ ਅਵਤਾਰ ਨੂੰ ਵੀ ਉਹ ਕਾਲ ਬਲੀ ਨੇ ਮਾਰ ਦਿੱਤਾ, ਨਾਸ ਕਰ ਦਿੱਤਾ। ਨਰਸਿੰਘ ਅਵਤਾਰ ਹੁਣ ਹੈ ਤੇ ਨਹੀਂ ਨਾ, ਤੇ ਨਰਸਿੰਘ ਅਵਤਾਰ ਕੌਣ ਹੈ? ਵਿਸ਼ਨੂੰ ਭਗਵਾਨ ਜੀ ਦੇ ਅਵਤਾਰ, ਜਿਨ੍ਹਾਂ ਨੇ ਪ੍ਰਹਲਾਦ ਭਗਤ ਜੀ ਦੀ ਰੱਖਿਆ ਕੀਤੀ ਸੀ। ਗੁਰਬਾਣੀ ਵਿੱਚ ਬਾਰ-ਬਾਰ ਪੱਖ ਜਿਹੜਾ ਲਿਆਂਦਾ ਹੈ ਉਹ ਕੀ ਹੈ? ਕੋਈ ਕਹੇ ਕਿ ਗੁਰਬਾਣੀ ਵਿੱਚ ਤੇ ਨਰਸਿੰਘ ਅਵਤਾਰ ਬੜੀ ਵਾਰ ਲਿਖਿਆ, ਤੁਸੀਂ ਕਹਿੰਦੇ ਹੋ ਪਰਮੇਸ਼ਰ ਦਾ ਅਵਤਾਰ ਹੈ, ਹੁਣ ਤੁਸੀਂ ਕਹਿੰਦੇ ਵੀ ਵਿਸ਼ਨੂੰ ਜੀ ਦਾ ਅਵਤਾਰ, ਉਹਨੂੰ ਵੀ ਮਾਰ ਦਿੱਤਾ ਕਾਲ ਨੇ। ਇਹ ਕੀ ਗੱਲ ਹੈ? ਉਹ ਭਾਈ ਜੋ ਹੈ ਨਾ ਵਿਸ਼ਨੂੰ ਭਗਵਾਨ ਜੀ, ਉਹਨਾਂ ਦਾ ਅਵਤਾਰ ਹੈ ਨਰਸਿੰਘ ਅਵਤਾਰ ਹੈ। ਅਤੇ ਵਿਸ਼ਨੂੰ ਭਗਵਾਨ ਨੂੰ ਜਿਨ੍ਹਾਂ ਨੇ ਸੱਤਾ ਸਫੁਰਤੀ ਦਿੱਤੀ ਹੈ ਉਹ ਹੈ ਪਰਮ ਪਰਮੇਸ਼ਰ, ਜੋ ਜੋਤ ਸਰੂਪ ਹੈ, ਸਤ ਚੇਤਨ ਆਨੰਦ ਸਰੂਪ ਹੈ, ਤ੍ਰੈਕਾਲ ਅਬਾਦਤਵੰ ਸਤਤਵੰ, ਉਹ ਪਰਮਾਤਮਾ। ਅਤੇ ਨਰਸਿੰਘ ਅਵਤਾਰ ਅਤੇ ਜਦੋਂ ਹੀ ਸਤਿਯੁਗ ਆਉਂਦਾ ਹੈ ਉਦੋਂ ਹੀ ਹੁੰਦਾ ਹੈ। ਮਹਾਰਾਜ ਕਹਿੰਦੇ ਨਾ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਬਰਮੇ ਘਾੜਤ ਘੜੀਐ, ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਧੂਪ ਦੇਸ, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ, ਕੇਤੇ ਦੇਵ ਦਾਨਵ ਮੁਨ, ਕੇਤੇ ਕੇਤੇ ਰਤਨ ਸਮੁੰਦ, ਕੇਤੀਆ ਖਾਣੀ ਕੇਤੀਆ ਬਾਣੀ, ਕੇਤੇ ਪਾਤ ਨਰਿੰਦ, ਕੇਤੀਆ ਸੁਰਤੀ ਸੇਵਕ, ਕੇਤੇ ਨਾਨਕ ਅੰਤ ਨਾ ਅੰਤ। ਅੰਤੀ ਕੋਈ ਨਹੀਂ। ਕਿੰਨੇ ਧਰੂ ਭਗਤ, ਕਿੰਨੇ ਕ੍ਰਿਸ਼ਨ ਭਗਵਾਨ, ਕਾਨ ਕਹੀ ਕ੍ਰਿਸ਼ਨ ਭਗਵਾਨ ਜੀ, ਮਹੇਸ਼ ਸ਼ਿਵ ਜੀ, ਕਿੰਨੇ ਪੈਦਾ ਕੀਤੇ ਉਸ ਮਾਲਕ ਨੇ। ਅਤੇ ਫਿਰ ਜਦੋਂ ਧਰੂ ਭਗਤ ਹੀ ਇੰਨੇ ਹੈ ਅਤੇ ਧਰੂ ਭਗਤ ਜੀ ਕਾਹਦੀ ਕਰਦੇ ਰਹੇ ਬੰਦਗੀ ਵਿਸ਼ਨੂੰ ਭਗਵਾਨ ਦੀ? ਓਮ ਨਮੋ ਭਗਵਤੇ ਵਾਸੁਦੇਵਾਏ, ਇਹੀ ਮੰਤਰ ਸੀ ਨਾ ਜਾਪ ਕੀਤਾ। ਕਿਉਂਕਿ ਸਤਿਯੁਗ ਦੇ ਵਿੱਚ ਵਿਸ਼ਨੂੰ ਭਗਤੀ ਸੀ ਅਤੇ ਹਰਨਾਕਸ਼ ਦੀ ਇਹੀ ਜਿੱਦ ਸੀ, ਮੇਰੇ ਭਰਾ ਹਿਰਨ ਕਸ਼ਪ ਨੂੰ ਮਾਰਿਆ ਹੈ ਵਿਸ਼ਨੂੰ ਭਗਵਾਨ ਜੀ ਨੇ, ਅਤੇ ਮੈਂ ਕੋਈ ਬਦਲਾ ਲਵਾਂਗਾ ਆਪਣਾ, ਇਸ ਕਰਕੇ ਮੈਂ ਨਹੀਂ ਰਹਿਣ ਦਿਆਂਗਾ ਕੋਈ ਵੀ ਵਿਸ਼ਨੂੰ ਭਗਤ। ਤਾਂ ਕਰਕੇ ਉਹ ਫਿਰ ਜਿੰਨੇ ਮੰਦਰ ਵਿਸ਼ਨੂੰ ਭਗਵਾਨ ਦੇ, ਜਿੰਨੇ ਰਿਸ਼ੀ ਮੁਨੀ ਇਹਨਾਂ ਨੂੰ ਤੰਗ ਕਰ ਰਿਹਾ ਸੀ, ਅਤੇ ਆਪਣੇ ਘਰ ਹੀ ਪ੍ਰਹਲਾਦ ਭਗਤ ਪ੍ਰਗਟ ਹੋਏ, ਜਿਸ ਕਰਕੇ ਫਿਰ ਉਹਦਾ ਵੱਧ ਕੀਤਾ ਸੀ। ਜੋ ਤਾਕਤ ਸਾਧ ਸੰਗਤ ਜੀ ਕਦੀ ਵੀ ਆਉਂਦੀ ਨਹੀਂ ਹੈ ਸਰੀਰ ਕਰਕੇ, ਉਹ ਹੈ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ। ਅਤੇ ਉਸ ਅਕਾਲ ਪੁਰਖ ਦਾ ਨਾਮ ਹੀ ਕਾਲ ਹੈ। ਨਾਮ ਕਾਲ ਤਾਤੇ ਜਗ ਡਾਲਾ, ਅੰਤ ਕਰਤ ਸਭ ਜਗ ਕੋ ਕਾਲਾ। ਇਸੇ ਕਰਕੇ ਨਾਮ ਦਾ ਕਾਲ ਵੀ ਪਿਆ ਹੈ। ਉਸ ਜਿਸ ਕਾਲ ਨੇ ਨਰਸਿੰਘ ਅਵਤਾਰ ਵੀ ਮਾਰ ਦਿੱਤੇ ਹੈ ਅਧੀਨ ਕਰਕੇ। ਵੱਡੇ ਦੰਡ ਧਾਰੀ, ਫਿਰ ਵੱਡੇ ਵੱਡੇ ਜਿਹੜੇ ਦੰਡ ਦੇਣ ਵਾਲੇ ਰਾਜੇ ਹੈ, ਦੰਡ ਧਾਰੀ ਹੈ। ਹਣਿਓ ਕਾਲ ਭਾਰੀ, ਭਾਰੀ ਕਾਲ ਨੇ ਉਹਨਾਂ ਨੂੰ ਹੀ ਮਾਰ ਦਿੱਤਾ, ਨਾਸ ਕਰ ਦਿੱਤਾ। ਜਿਹੜੇ ਬੜੇ ਲੋਕਾਂ ਨੂੰ ਦੰਡ ਦੇਣ ਵਾਲੇ ਹੋ ਕੇ ਰਹਿੰਦੇ ਸੀ ਨਾ, ਲੋਕਾਂ ਦੇ ਕਤਲ ਕਰਨ ਵਾਲੇ,
ਆਪਣੇ ਜ਼ੋਰ ਨਾਲ ਹੁਕਮ ਜਿਹਾ ਚਲਾ ਕੇ ਸਜ਼ਾ ਦਿੰਦੇ ਸਨ। ਜੇ ਅੱਜ ਕੱਲ੍ਹ ਵੀ ਆ ਦਿੰਦੇ ਹੀ ਹੈ ਨਾ ਠਾਣਿਆਂ ਠੂਣਿਆਂ 'ਚ। ਇਹ ਸਭ ਕਾਲ ਭਾਰੀ ਨੇ ਸਭ ਖਤਮ ਕਰ ਦਿੱਤੇ ਹੈ। ਪਹਿਲਾਂ ਵੀ ਹੁਣ ਵੀ ਉਹ ਸਮੇਂ ਸਮੇਂ ਰਾਜੇ ਸਾਰੇ ਹੋਏ ਹੀ ਆ ਵੀ ਇਹੀ ਕੁਝ ਕਰਦੇ ਰਹੇ ਸਨ। ਵੱਡੋ ਦੰਡ ਧਾਰੀ, ਇਹ ਦੰਡ ਕਹੀਏ ਜੋ ਦਾੜਾਂ ਵਾਲਾ ਹੈ, ਦਾੜਾਂ ਨੂੰ ਧਾਰਨ ਵਾਲਾ, ਹੁੱਡਾਂ ਨੂੰ ਧਾਰਨ ਵਾਲੇ। ਉਹ ਕੌਣ ਹੈ? ਬਰਾਹ ਅਵਤਾਰ, ਉਹ ਵੀ ਭਗਵਾਨ ਜੀ ਦੇ। ਅਤੇ ਉਹ ਜੋ ਵੱਡੇ ਹੈ ਦਾੜਾਂ ਨੂੰ ਧਾਰਨ ਵਾਲੇ, ਹੁੱਡਾਂ ਨੂੰ ਧਾਰਨ ਵਾਲੇ ਬਰਾਹ ਅਵਤਾਰ, ਜਿਨ੍ਹਾਂ ਨੇ ਧਰਤੀ ਨੂੰ ਹੁੱਡਾਂ 'ਤੇ ਚੁੱਕਿਆ ਸੀ। ਪਤਾ ਹੀ ਨਹੀਂ ਵੀ ਕਿੰਨੇ ਪਹਾੜ ਹੀ ਤੋੜ ਦਿੱਤੇ ਸਨ ਉਸ ਵੇਲੇ ਜਦੋਂ ਧਰਤੀ ਚੁੱਕ ਕੇ ਤਾਂ ਲਿਆਂਦੀ ਪਾਣੀ ਵਿੱਚੋਂ ਬਾਹਰ। ਅਤੇ ਉਹ ਜਿੰਨੇ ਵੀ ਬਰਾਹ ਅਵਤਾਰ ਹੈ ਕਾਲ ਭਾਰੀ ਕਾਲ ਨੇ ਉਹਨਾਂ ਨੂੰ ਵੀ ਨਾਸ ਕਰ ਦਿੱਤਾ। ਦਿਜੰ ਬਾਵਣ ਅੰਗ, ਜੋ ਬ੍ਰਾਹਮਣ ਬਾਵਣ ਅਵਤਾਰ ਸੀ। ਕਰੋ 28 ਧਰਤੀ ਮੰਗੀ ਬਾਵਣ ਰੂਪ ਬਹਾਨੇ, ਛਲਿਓ ਬਲ ਬਾਵਣ ਭਾਇਓ। ਉਹ ਜੋ ਦਿਜੰ ਕਹੀ ਜੋ ਪਵਿੱਤਰ ਬਾਵਣ ਅਵਤਾਰ ਸੀ 52 ਉਂਗਲਾਂ ਦਾ, ਜਿਵੇਂ ਬਾਵਣ ਚੰਦਨ ਹੁੰਦਾ ਨਾ 52 ਉਂਗਲਾਂ ਦੇ ਚੱਪੇ 12-13 ਚੱਪਿਆਂ ਦਾ, ਇਸੇ ਤਰ੍ਹਾਂ ਇੰਨੇ ਕੀ ਛੋਟੇ ਬਾਉਣੇ ਜੇ ਸਨ ਬਾਵਣ ਅਵਤਾਰ ਜੀ। ਅਤੇ 2.5 ਕਰਮਾਂ ਵਿੱਚ ਹੀ ਸਾਰੀ ਧਰਤੀ ਆਕਾਸ਼ ਅਤੇ ਰਾਜੇ ਸਮੇਤ ਮਰ ਲਿਆ ਸੀ। ਉਹਨੂੰ ਧੱਕ ਦਿੱਤਾ ਸੀ 7ਵੇਂ ਪਤਾਲ ਵਿੱਚ। ਜੋ ਦਿਜੰ ਕਹੀਏ ਪਵਿੱਤਰ ਬਾਵਣ ਅਵਤਾਰ ਹੈ ਜਾਂ ਬ੍ਰਾਹਮਣ ਜੋ ਸੀ ਬਾਵਣ ਅਵਤਾਰ। ਹਣਿਓ ਕਾਲ ਤੇ ਅੰਗ, ਉਸ ਬਾਵਣ ਅਵਤਾਰ ਨੂੰ ਵੀ ਕਾਲ ਨੇ ਨਾਸ ਕਰ ਦਿੱਤਾ, ਮਾਰ ਦਿੱਤਾ। ਮਹਾ ਮੱਛ ਮੰਡੰ, ਕਿਉਂਕਿ ਉਹ ਵੀ ਸਤਿਯੁਗ ਦੀ ਕਥਾ ਹੀ ਹੈ। ਅਤੇ ਸਤਿਯੁਗ ਵਿੱਚ ਸਤਿਯੁਗ ਵੀ ਖਤਮ ਹੁੰਦਾ ਹੈ, ਅਵਤਾਰ ਵੀ ਨਾਲ ਖਤਮ ਕਰ ਦਿੱਤੇ। ਮਹਾ ਮੱਛ ਮੁੰਡੰ, ਜੋ ਮਹਾਨੀ ਮੱਛ ਦੇ ਮੂੰਹ ਵਾਲਾ ਮੱਛ ਅਵਤਾਰ ਸੀ। ਫਦਿਓ ਕਾਲ ਝੁੰਡੰ, ਫਦਿਓ ਹਜ਼ੂਰ ਸਾਹਿਬ ਵਾਲੀ ਬੀੜ 'ਤੇ ਇੱਥੇ ਬਿੰਦੀ ਲਾਈ ਹੈ ਫੰਦਿਓ। ਅਤੇ ਉਂਝ ਫਦਿਓ ਹੀ ਜਿਹੜਾ ਸੰਪਰਦਾ ਦੇ ਵਿੱਚ ਮੁੱਖ ਰੱਖਿਆ ਪਾਠ। ਕਾਲ ਝੁੰਡੰ, ਕਾਲ ਨੇ ਇਹ ਮੱਛ ਅਵਤਾਰਾਂ ਦੇ ਝੁੰਡ ਨੂੰ ਸਮੂਹ ਨੂੰ ਵੀ ਜਿਹੜਾ ਫਦਿਓ ਕਹੀਏ ਮਾਰ ਦਿੱਤਾ, ਖਤਮ ਕਰ ਦਿੱਤਾ। ਕਾਲ ਝੁੰਡ ਕਾਲ ਦੇ ਸਮੂਹ ਨੇ ਸਭ ਨੂੰ ਹੀ ਫਦਿਓ ਮਾਰ ਦਿੱਤਾ, ਨਾਸ ਕਰ ਦਿੱਤਾ ਹੈ। ਜਿਤੇ ਹੋਏ ਬੀਤੇ, ਮਹਾਰਾਜ ਕਹਿੰਦੇ ਖਾਲਸਾ ਜੀ ਜਿੰਨੇ ਵੀ ਵੱਡੇ ਵੱਡੇ ਅਵਤਾਰ ਔਲੀਏ ਸਭ ਕੁਝ ਹੋਏ ਹੈ ਨਾ, ਬਲੀ ਬੜੇ ਬੜੇ ਤਗੜੇ ਜੋ ਹੋਏ ਸਭ ਬੀਤੇ ਹੈ, ਬੀਤ ਗਏ, ਨਾਸ ਕਰ ਦਿੱਤੇ, ਹੋ ਕੇ ਬੀਤ ਗਏ, ਚਲੇ ਗਏ ਹਨ। ਤਿਤੇ ਕਾਲ ਜੀਤੇ, ਉਹਨਾਂ ਸਾਰਿਆਂ ਨੂੰ ਕਾਲ ਨੇ ਜਿੱਤ ਲਿਆ, ਪਰ ਕਾਲ ਨੂੰ ਉਹ ਨਹੀਂ ਜਿੱਤ ਸਕੇ ਹਨ। ਜਿਤੇ ਸਰਨ ਜਹ, ਮਹਾਰਾਜ ਕਹਿੰਦੇ ਆ ਜਿਹੜੇ ਉਸ ਵਾਹਿਗੁਰੂ ਦੀ ਸ਼ਰਨ ਚਲੇ ਜਾਣਗੇ ਤਿਤੇ ਉਹ ਰਾਖ ਲਹ, ਉਹਨਾਂ ਨੂੰ ਮਹਾਰਾਜ ਵਾਹਿਗੁਰੂ ਪਰਮਾਤਮਾ ਮਹਾਕਾਲ ਬਚਾ ਲਵੇਗਾ, ਰੱਖ ਲਵੇਗਾ। ਤੇ ਨਰ ਕਾਲ ਫਾਸਤੇ ਬਾਚੇ ਜੋ ਹਰ ਸਰਨ ਹਿਰਦਾਏ, ਸਭ ਕੋ ਕਾਲ ਸਭਨ ਕੋ ਕਰਤਾ, ਦੋਖ ਸੋਗ ਰੋਗਨ ਕੋ ਹਰਤਾ, ਏਕ ਚਿੱਤ ਜੇ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਉਹ ਕਾਲ ਦੀ ਫਾਹੀ ਦੇ ਵਿੱਚ ਨਹੀਂ ਆਉਂਦਾ ਹੈ ਭਾਈ, ਉਹਨੂੰ ਬਚਾ ਲਵੇਗਾ ਮਾਲਕ, ਬਾਕੀ ਨਹੀਂ ਬਚਣਗੇ, ਸਭ ਚੁਬਾਏ ਜਾਣਗੇ। ਭੁਜੰਗ ਭਰਿਆਤ ਛੰਦ, ਬਿਨਾ ਸਰਨਤਾ ਕੀ ਨਾ ਔਰ ਉਪਾਇਮ। ਸੱਪ ਦੀ ਚਾਲ ਵਾਲਾ ਛੰਦ, ਇਹ ਭੁਜੰਗ ਉਹ ਸ਼ੇਸ਼ਨਾਗ ਦਾ ਵੀ ਜੋ ਮੰਗਲ ਸਨਾਤਨ ਮੱਤ ਵਿੱਚ ਮੁੱਖ ਰੱਖਿਆ, ਸ਼ੇਸ਼ਨਾਗ ਦਾ ਮੰਗਲ ਕਰਦੇ ਹੈ। ਇਸ ਤਰ੍ਹਾਂ ਉਹ ਭੁਜੰਗ ਜੋ ਸ਼ੇਸ਼ਨਾਗ ਜਿਵੇਂ ਉਹਦੀ ਚਾਲ ਵਾਲਾ ਛੰਦ, ਬਿਨਾ ਸਰਨਤਾ ਕੀ ਨਾ ਔਰੇ ਉਪਾਇੰ। ਸਤਿਗੁਰੂ ਜੀ ਕਹਿ ਰਹੇ ਹੈ ਉਸ ਮਹਾਕਾਲ ਪਰਮਾਤਮਾ ਵਾਹਿਗੁਰੂ ਜੋ ਅਕਾਲ ਮੂਰਤ ਹੈ, ਕਾਲਣ ਕੋ ਕਾਲ ਮਹਾਕਾਲਣ ਕੋ ਕਾਲ ਹੈ, ਜੋ ਮਹਾਕਾਲ ਹੈ, ਮਹਾਕਾਲ ਰਖਵਾਰ ਹਮਾਰੋ, ਉਹਦੀ ਸ਼ਰਨ ਤੋਂ ਬਿਨਾ ਹੋਰ ਕੋਈ ਭਾਈ ਉਪਾਓ ਯਤਨ ਨਹੀਂ ਹੈ ਬਚਣ ਦਾ। ਕਹਾਂ ਦੇਵ ਦੈਤੰ, ਕਹਾਂ ਰੰਕ ਰਾਯੰ। ਕਿੱਥੇ ਹੈ ਉਹ ਵੱਡੇ ਵੱਡੇ ਦੇਵਤੇ, ਕਿੱਥੇ ਹੈ ਉਹ ਵੱਡੇ ਵੱਡੇ ਦੈਂਤ,
ਕਿੱਥੇ ਹੈ ਰੰਕ ਕੰਗਾਲ ਤੇ ਕਿੱਥੇ ਹਨ ਰਾਜੇ। ਕਹਾਂ ਪਾਤਸ਼ਾਹੰ ਕਹਾਂ ਉਮਰਾਯੰ। ਕਿੱਥੇ ਹੈ ਵੱਡੇ ਵੱਡੇ ਚੱਕਰਵਰਤੀ ਪਾਤਸ਼ਾਹ ਤੇ ਕਿੱਥੇ ਹੈ ਉਮਰਾਵ ਲੋਕ। ਵੱਡੇ ਵੱਡੇ ਕਿੱਥੇ ਹੈ, ਜਾਂ ਇਸੇ ਤਰ੍ਹਾਂ ਕਹਾਂ ਦਾ ਅਰਥ ਕਿੱਥੇ ਤੇ ਕਹਾਂ ਦਾ ਅਰਥ ਦੂਜਾ ਕੀ ਵੀ ਲੈ ਲੈਣਾ, ਵੀ ਕੀ ਹੈ ਉਹ ਦੇਵਤੇ, ਕੀ ਹੈ ਉਹ ਦੈਂਤ, ਕੀ ਹੈ ਉਹ ਗਰੀਬ ਕੰਗਾਲ ਅਮੀਰ, ਉਸ ਕਾਲ ਦੇ ਅੱਗੇ ਕੋਈ ਨਹੀਂ ਕਿਸੇ ਦਾ ਜ਼ੋਰ ਹੈ। ਕਹਾ ਪਾਤਸ਼ਾਹ ਚੱਕਰਵਰਤੀ ਪਾਤਸ਼ਾਹ ਵੀ ਕੀ ਹੈ ਕਾਲ ਦੇ ਅੱਗੇ, ਉਮਰਾਵ ਵੀ ਭਲਾ ਕੀ ਹੈ ਪਾਤਸ਼ਾਹ ਦੇ ਅੱਗੇ। ਬਿਨਾ ਸਰਨ ਤਾਕੀ ਨਾ ਕੋਟ ਉਪਾਯੰ। ਬਿਨਾ ਉਸ ਵਾਹਿਗੁਰੂ ਦੀ ਸ਼ਰਨ ਤੱਕਿਆ ਕੋਈ ਭਾਈ ਯਤਨ ਨਹੀਂ ਹੈ। ਕਰੋੜਾਂ ਯਤਨ ਵੀ ਕਿਸੇ ਕੰਮ ਨਹੀਂ ਆਉਂਦੇ ਹਨ। ਕਰੋੜਾਂ ਉਪਾਅ ਭਾਵੇਂ ਕਰਨ ਲੋਕ ਯਤਨ ਕਰਨ ਬਚਣ ਵਾਸਤੇ, ਉਹ ਬਚ ਨਹੀਂ ਸਕਦੇ ਹਨ। ਜਿਤੇ ਜੀਵ ਜੰਤੰ ਸੋ ਦੁਨੀਅੰ ਉਪਾਯੰ। ਜਿੰਨੇ ਵੀ ਦੁਨੀਆ ਦੇ ਵਿੱਚ ਸੰਸਾਰ ਵਿੱਚ ਜੀਵ ਜੰਤੂ ਹੋਏ ਹੈ, ਉਪਾਏ ਕਈ ਉਤਪੰਨ ਪੈਦਾ ਹੋਏ ਹਨ, ਤੇ ਜਿੰਨੇ ਜੀਵ ਜੰਤੂਆਂ ਦੇ ਉਪਾਇੰ ਕਈ ਉਪਾਓ ਹਨ, ਯਤਨ ਹਨ। ਸਭ ਅੰਤ ਕਾਲੰ ਬਲੀ ਕਾਲ ਕਾਯੰ। ਸਾਰੇ ਅੰਤ ਦੇ ਸਮੇਂ ਬਲੀ ਕਾਲ ਨੇ ਕਾਇੰ ਨਾਸ ਕਰ ਦਿੱਤੇ ਆ, ਖਤਮ ਕਰ ਦਿੱਤੇ, ਖਤਮ ਕਰੀ ਜਾ ਰਿਹਾ, ਖਤਮ ਕਰਦਾ ਹੀ ਰਹੇਗਾ। ਬਿਨਾ ਸਰਨ ਤਾਕੀ ਨਹੀਂ ਔਰ ਓਟੰ। ਮਹਾਰਾਜ ਬਾਰ ਬਾਰ ਇਹ ਬਚਨ ਕਹਿ ਰਹੇ ਖਾਲਸਾ ਜੀ, ਉਸ ਮਹਾਕਾਲ ਵਾਹਿਗੁਰੂ ਦੀ ਸ਼ਰਨ ਤੱਕੇ ਤੋਂ ਬਿਨਾ, ਤਾਕੀ ਪਾਠ ਜੇ ਇਕੱਠਾ ਕਰਦੇ ਤੱਕੇ ਤੋਂ ਬਿਨਾ, ਤੇ ਵੀ ਦੇਖੇ ਤੋਂ ਬਿਨਾ, ਲੈ ਤੋਂ ਬਿਨਾ, ਜੇ ਅੱਡ ਅੱਡ ਫਿਰ ਉਸ ਦੀ ਸ਼ਰਨ ਤੱਕੇ ਤੋਂ ਬਿਨਾ, ਲੈ ਤੋਂ ਬਿਨਾ ਹੋਰ ਕੋਈ ਓਟੰ ਆਸਰਾ ਯਤਨ ਨਹੀਂ ਹੈ। ਲਿਖੇ ਜੰਤਰ ਕੀਤੇ ਪੜੇ ਮੰਤਰ ਕੋਟੰ। ਭਾਵੇਂ ਕੋਈ ਕਿਤਨੇ ਜੰਤਰ ਆ 4 ਉਂਗਲਾਂ ਦੇ ਕਾਗਜ਼ ਉੱਤੇ ਲਿਖ ਕੇ ਤੇ ਮੜ ਮੜ ਕੇ ਧਾਗੇ ਤਵੀਤ ਬੰਨੇ, ਵੀ ਕੁਝ ਹੋਵੇ ਨਾ, ਆ ਬਿਮਾਰੀ ਦੂਰ ਹੋ ਜੇ। ਕਿੰਨੇ ਵੀ ਧਾਗੇ ਤਵੀਤ ਜੰਤਰ ਲਿਖੇ, ਉਹ ਬਚ ਨਹੀਂ ਸਕਦਾ ਹੈ। ਤੇ ਕਈ ਵਿਚਾਰੇ ਆ ਧਾਗੇ ਤਵੀਤ ਜੇ ਕਰਕੇ ਡੌਲਿਆਂ 'ਤੇ ਬੰਨੇ ਹੁੰਦੇ ਆ, ਜਾਂ ਗਲਾਂ ਵਿੱਚ ਉਹਨਾਂ ਨੇ ਪਾਏ ਹੁੰਦੇ ਆ ਤਵੀਤ ਵਿੱਚ ਮੜ ਕੇ, ਕਿ ਕੀ ਆ ਹੁਣ ਠੀਕ, ਕੀ ਕਦੀ ਗੱਲੋਂ ਪਾਇਆ ਹੈ, ਠੀਕ ਰਵਾਂਗੇ ਜੀ। ਠੀਕ ਰਹੇਗਾ ਕੀ, ਉਹ ਮਰਾਂਗੇ ਨਹੀਂ ਹੋਰ ਕਾਹਨੂੰ। ਨਹੀਂ ਜਦੋਂ ਪਤਾ ਮਰੀ ਜਾਣਾ, ਫਿਰ ਤਵੀਤ ਧਾਗਾ ਕੀ ਕਿਸ ਕੰਮ। ਸਤਿਗੁਰੂ ਇੱਥੇ ਸਪਸ਼ਟ ਕਰ ਰਹੇ ਆ ਸਾਨੂੰ, ਖਾਲਸਾ ਜੀ ਕਿਤਨੇ ਕੋਈ ਜੰਤਰ ਲਿਖੇ 4 ਉਂਗਲਾਂ ਦੇ ਕਾਗਜ਼ 'ਤੇ ਸਿਆਣਿਆਂ ਪਾਸੋਂ ਲਿਖਵਾ ਕੇ ਧਾਗੇ ਤਵੀਤ ਮੜ ਮੜ ਕੇ ਗਲਾਂ 'ਚ ਪਾਵੇ, ਡੌਲਿਆਂ 'ਤੇ ਬੰਨੇ, ਪੜ੍ਹੇ ਮੰਤਰ ਕੋਟੰ। ਫਿਰ ਕਰੋੜਾਂ ਕਰੋੜ ਮੰਤਰਾਂ ਨੂੰ ਪੜ੍ਹਨ ਵਾਲਾ ਹੋ ਕੇ ਪੜ੍ਹੇ। ਕਰੋੜਾਂ ਮੰਤਰ ਜਾਣਦਾ ਹੋਵੇ ਤੇ ਇਹ ਪੜ੍ਹੇ ਕਿ ਮੈਂ ਮਰਾਂ ਨਾ, ਪਰ ਉਹ ਬਚ ਨਹੀਂ ਸਕਦਾ ਹੈ। ਜੰਤਰ ਕਰੋੜਾਂ ਲਿਖਣ ਵਾਲੇ ਵੀ ਨਹੀਂ ਬਚਣਗੇ, ਕਰੋੜਾਂ ਮੰਤਰ ਪੜ੍ਹਨ ਵਾਲੇ ਨਹੀਂ ਬਚਣਗੇ, ਸਭ ਵਸ ਹੋ ਜਾਣਗੇ ਕਾਲ ਦੇ। ਬੜੇ ਬੜੇ ਬਲੀ ਚਲੇ ਗਏ ਹਨ ਭਾਈ ਤਾਕਤਾਂ ਵਾਲੇ। ਨਰਾਜ ਛੰਦ ਜਿਤੇਕ ਰਾਜ ਰੰਕਿਅੰ। ਜਿਤੇਕ ਕੱਕੇ ਸਿਹਾਰੀ ਨਾਲ ਸ਼ੁੱਧ ਹੈ, ਹਜ਼ੂਰ ਸਾਹਿਬ ਵਾਲੀ ਬੀੜ ਵਿੱਚ ਕੱਕੇ ਨੂੰ ਸਿਹਾਰੀ ਨਹੀਂ ਪਾਈ ਹੈ। ਮਹਾਰਾਜ ਕਹਿੰਦੇ ਜਿੰਨੇ ਵੀ ਰਾਜੇ ਤੇ ਰੰਕਿਅੰ ਕੰਗਾਲ ਹਨ, ਹਨੇ ਸੋ ਕਾਲ ਬੰਕਿਅੰ। ਇਹ ਟੇਢੇ ਕਾਲ ਨੇ, ਤੇਜ ਚਾਲ ਵਾਲੇ ਕਾਲ ਨੇ, ਸਭ ਨਾਸ ਕਰ ਦਿੱਤੇ ਹੈ। ਬੰਕਿਅੰ ਫਿਰ ਭਿਆਨਕ, ਉਹ ਭਿਆਨਕ ਕਾਲ ਨੇ ਸਭ ਨੂੰ ਹੀ ਮਾਰ ਦਿੱਤਾ ਹੈ। ਜਿਤੇਕ ਲੋਕ ਪਾਲਿਅੰ। ਜਿੰਨੇ ਵੀ ਫਿਰ ਲੋਕ ਪਾਲਿਆ, ਲੋਕਾਂ ਨੂੰ ਪਾਲਣ ਵਾਲਾ ਉਹ ਕੌਣ ਹੈ? ਵਿਸ਼ਨੂੰ ਭਗਵਾਨ ਮੁੱਖ ਲੋਕਪਾਲ ਮੰਨਿਆ ਹੈ, ਜੋ ਸਭ ਦੀ ਪ੍ਰਤਪਾਲਣਾ ਕਰਦਾ ਵਾਹਿਗੁਰੂ ਦੀ ਆਗਿਆ ਨਾਲ। ਇੱਕ ਭੰਡਾਰੀ ਜਿਹਨੂੰ ਕਿਹਾ ਹੈ, ਇਹ ਜਿੰਨੇ ਵੀ ਵਿਸ਼ਨੂੰ ਜੀ ਹਨ। ਨਿਦਾਨ ਕਾਲ ਦਾਲਿਅੰ। ਨਿਦਾਨ ਦਾ ਅਰਥ ਅੰਤ ਨੂੰ, ਅੰਤ ਨੂੰ, ਓੜਕ ਨੂੰ,
ਉਸ ਕਾਲ ਨੇ ਸਾਰੇ ਦਲ ਮਲ ਦਿੱਤੇ ਹੈ, ਨਾਸ ਕਰ ਦਿੱਤੇ ਹੈ, ਮਿਟ ਦਿੱਤੇ, ਦਲ ਦੇਣਾ ਕੀਤਾ ਹੈ। ਫਿਰ ਲੋਕਪਾਲ ਇੱਕ ਤੇ ਜਿਹੜੇ 8 ਸਾਖੀ ਮੰਨੇ ਆ, ਫਿਰ ਆ ਮਾਤ ਲੋਕ ਤੇ ਜਿਹੜੇ 8 ਦਿਸ਼ਾਵਾਂ ਦੇ ਪਾਲਕ ਹੈ, ਸੂਰਜ, ਇੰਦਰ, ਕੁਬੇਰ ਆਦਿਕ 8 ਪਾਲਕ ਹਨ। ਇਹ ਜਿੰਨੇ ਵੀ ਹਨ ਅੰਤ ਨੂੰ ਕਾਲ ਨੇ ਦਲ ਮਲ ਦਿੱਤੇ ਹੈ, ਨਾਸ ਕਰ ਦਿੱਤੇ ਹੈ, ਦਲ ਦਿੱਤੇ ਹਨ। ਨਿਦਾਨ ਕਾਲ ਦਾਲਿਅੰ ਹਾਂ ਪੜ੍ਹਦੇ ਕਿਰਪਾਨ ਪਾਨ ਜੇ ਜਪੈ। ਕਿਰਪਾਨ ਪਾਨ, ਜਿਸ ਵਾਹਿਗੁਰੂ ਨੇ ਖੜਗ ਕੇਤ ਵਾਲਾ ਜੋ ਵਾਹਿਗੁਰੂ ਕਿਰਪਾਨ ਪਾਨ ਧਾਰੀਆਂ ਕਰੋੜ ਪਾਪ ਟਾਰੀਆਂ, ਉਸ ਕਿਰਪਾਨ ਨੂੰ ਸ੍ਰੀ ਸਾਹਿਬ ਨੂੰ ਹੱਥ ਵਿੱਚ ਜਿਸ ਨੇ ਧਾਰਨ ਕੀਤਾ ਪ੍ਰਭੂ ਹੈ, ਜਿਹੜਾ ਉਸ ਪ੍ਰਭੂ ਨੂੰ ਜਪਦਾ ਹੈ। ਅਨੰਤ ਥਾਟ ਤੇ ਥਪੈ, ਉਹਦੇ ਬੇਅੰਤ ਜਿਹੜੇ ਥਾਟ ਉਹ ਪਾਓ ਹੈ, ਸਾਧਨ ਕੀਤੇ ਹੋਏ ਥਪੇ ਕਹੀਏ ਸਫਲ ਹੋ ਜਾਂਦੇ, ਸਫਲ ਹੋ ਜਾਣਗੇ। ਜਿਹੜੇ ਇਹ ਗੱਲ ਕਹਿੰਦੇ ਹੈ ਖੜਗ ਕੇਤ ਮੈਂ ਸਰਨ ਤਿਹਾਰੀ, ਆਪ ਹਾਥ ਦਾ ਲਿਓ ਉਬਾਰੀ, ਸਰਬ ਠੌਰ ਮੋਹ ਹੋ ਸਹਾਈ, ਦੁਸ਼ਟ ਦੋਖ ਤੇ ਲਿਓ ਬਚਾਈ ਜੀ। ਜਿਤੇਕ ਕਾਲ ਧਿਆਏ ਹੈ, ਜਿਤਨੇ ਵੀ ਉਸ ਕਾਲ ਪੁਰਖ ਵਾਹਿਗੁਰੂ ਨੂੰ ਮਹਾਕਾਲ ਨੂੰ ਧਿਆਉਂਦੇ ਹਨ, ਜਗਤ ਜੀਤ ਜਾਏ ਹੈ। ਉਹ ਅੰਤ ਨੂੰ ਇੱਥੇ ਉਹ ਕਾਲ ਦੇ ਵਸ ਨਹੀਂ ਹੁੰਦੇ, ਇਸ ਕਾਲ ਨੂੰ ਜਿੱਤ ਕੇ ਸੰਸਾਰ ਵਿੱਚ ਜਾਂਦੇ ਹੈ। ਹਾਰ ਚੱਲੇ ਗੁਰਮੁਖ ਜਗ ਜੀਤਾ, ਭਾਈ ਗੁਰਦਾਸ ਜੀ ਲਿਖਦੇ ਹੈ। ਗੁਰਮੁਖ ਜਿਹੜੇ ਹੈ ਸਾਧ ਸੰਗਤ ਜੀ, ਉਹ ਸੰਸਾਰ ਵਿੱਚੋਂ ਜਿੱਤ ਕੇ ਜਾਂਦੇ ਹੈ, ਅਤੇ ਮਨਮੁਖ ਇੱਥੋਂ ਹਾਰ ਕੇ ਜਾਂਦੇ ਮਨੁੱਖ ਜਨਮ ਨੂੰ, ਉਹ ਜਿੱਤ ਕੇ ਅਮਰ ਅਬਿਨਾਸੀ ਹੋ ਜਾਂਦੇ ਹੈ। ਇਹ ਜਿਹੜਾ ਕਾਲ ਰਾਜਾ ਪਰਜਾ ਸਮਕਰ ਮਾਰੇ, ਐਸੋ ਕਾਲ ਵਡਾਨੀ ਰੇ। ਜਿਹੜਾ ਰਾਜਾ ਪਰਜਾ ਵੱਡਿਆਂ ਛੋਟਿਆਂ ਨੂੰ ਇੱਕ ਬਰਾਬਰ ਦੀ ਮੌਤ ਮਾਰਦਾ ਹੈ, ਅਤੇ ਮਾਰੇ ਕਹਿੰਦੇ ਹੈ ਜਿਹੜੇ ਵਾਹਿਗੁਰੂ ਦੇ ਪਿਆਰੇ ਹੈ। ਹਰ ਕੇ ਸੇਵਕ ਜੋ ਹਰ ਭਾਏ, ਤਿਨ ਕੀ ਕਥਾ ਨਿਰਾਰੀ ਰੇ। ਆਵਹਿ ਨਾ ਜਾਵਹਿ ਨਾ ਕਬਹੂ ਮਰਤੇ, ਪਾਰ ਬ੍ਰਹਮ ਸੰਗਾਰੀ ਰੇ। ਪਾਰ ਬ੍ਰਹਮ ਪਰਮਾਤਮਾ ਇਹਨਾਂ ਦੇ ਨਾਲ ਹੈ, ਉਹ ਕਦੀ ਆਉਂਦੇ ਜਾਂਦੇ ਨਹੀਂ ਹਨ। ਉਹ ਤੇ ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੈ ਨਾਓ। ਆਪ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਉਹ ਤੇ ਗੁਰਮੁਖ ਜਨਮ ਸਵਾਰ, ਦਰਗਹਿ ਚੱਲਿਆ ਸੱਚੀ ਦਰਗਹਿ ਜਾਏ, ਸੱਚਾ ਪੇੜ ਮੱਲਿਆ। ਗੁਰਮੁਖ ਸੱਦੇ ਜਾਣ ਆਵਣ ਘੱਲਿਆ, ਉਹ ਸੱਦੇ ਦੇ ਚਲੇ ਜਾਂਦੇ ਅਤੇ ਘੱਲਿਆਂ ਆ ਜਾਂਦੇ ਹਨ। ਉਹ ਇਸ ਤਰ੍ਹਾਂ ਦੀ ਕਮਾਈ ਵਾਲੇ ਹੁੰਦੇ। ਜਨਮ ਮਰਨ ਦੋਹੂੰ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਣ, ਹਰਿ ਸੋ ਲੈਣ ਮਲਾਏ। ਉਹ ਇਸ ਤਰ੍ਹਾਂ ਦੀ ਅਵਸਥਾ ਵਾਲੇ ਹੁੰਦੇ ਹੈ। ਸਤਿਗੁਰੂ ਕਹਿੰਦੇ ਉਹ ਜਗਤ ਨੂੰ ਜਿੱਤ ਕੇ ਜਾਂਦੇ, ਇਸ ਕਾਲ ਨੂੰ ਨਹੀਂ, ਉਹ ਨਹੀਂ ਮਾਰੇ ਜਾਂਦੇ, ਕਾਲ ਦੇ ਅਧੀਨ ਨਹੀਂ ਹੈ। ਭਾਈ ਮਰਦਾਨਾ ਜੀ ਇਸੇ ਤਰ੍ਹਾਂ ਹੀ ਸਰੀਰ ਛੱਡਿਆ ਸੀ ਆਪਣੀ ਮਰਜ਼ੀ ਨਾਲ ਹੀ, ਅਤੇ 9 ਸਵਾਸ ਕਹਿੰਦੇ ਮਹਾਰਾਜ ਮੇਰੇ ਰਹਿ ਗਏ ਹੈ। ਆਪ ਜੀ ਦੇਖ ਸਕਦੇ ਹੋ, ਭਾਈ ਬਾਲਾ ਜੀ ਨੇ ਦੇਖਿਆ, ਹਾਂ ਮਹਾਰਾਜ 9 ਹੀ ਸਵਾਸ ਲਏ, ਪੂਰੇ ਕਰ ਦਿੱਤੇ, ਅਤੇ ਉਹ ਅਮਰ ਅਬਿਨਾਸੀ ਹੋ ਜਾਂਦੇ ਹੈ। ਸਾਧ ਸੰਗਤ ਜੀ ਕਾਲ ਉਹ ਸ਼ੇਰਨੀ ਵਰਗਾ ਹੈ। ਜਿਵੇਂ ਸ਼ੇਰਨੀ ਹੁੰਦੀ ਹੈ ਤਾਂ ਕਦੇ ਜੰਗਲ ਨੂੰ ਅੱਗ ਲੱਗ ਜਾਏ ਅਤੇ ਆਪਣੇ ਬੱਚਿਆਂ ਨੂੰ ਕੱਢ ਕੇ ਮੂੰਹ 'ਚ ਪਾ ਕੇ, ਅਤੇ ਜਿੱਥੇ ਅੱਗ ਨਾ ਹੋਵੇ ਉੱਥੇ ਲੈ ਜਾਂਦੀ ਚੁੱਕ ਕੇ ਠੀਕ ਠਾਕ, ਅਤੇ ਸ਼ੇਰਨੀ ਦਾ ਦੂਜਿਆਂ ਨੂੰ ਪਾੜ ਦਿੰਦੀ ਉਸੇ ਮੂੰਹ ਨਾਲ ਹੀ। ਮੂੰਹ ਇੱਕੋ ਹੀ ਹੈ ਸ਼ੇਰਨੀ ਦਾ, ਦੂਜਿਆਂ ਨੂੰ ਮਾਰੀ ਜਾਂਦੀ ਹੈ ਉਸੇ ਮੂੰਹ ਨਾਲ ਹੀ, ਆਪਣੇ ਬੱਚਿਆਂ ਨੂੰ ਉਸੇ ਮੂੰਹ ਨਾਲ ਚੁੱਕ ਕੇ ਅਤੇ ਆਰਾਮ ਨਾਲ ਜਿੱਥੇ ਅੱਗ ਨਹੀਂ ਹੁੰਦੀ ਉੱਥੇ ਰੱਖ ਲੈਂਦੀ ਹੈ। ਇਸੇ ਤਰ੍ਹਾਂ ਕਾਲ ਰੂਪੀ ਸ਼ੇਰਨੀ ਦਾ ਮੂੰਹ ਹੈ, ਉਹ ਸਾਡੇ ਵਰਗਿਆਂ ਨੂੰ ਤਾਂ ਨੰਗਾਈ ਜਾਂਦੀ, ਨਿਗਲੀ ਜਾਂਦੀ, ਪਾੜੀ ਜਾਂਦੀ ਹੈ। ਸੰਤਾਂ ਭਗਤਾਂ ਬ੍ਰਹਮ ਗਿਆਨੀਆਂ ਨੂੰ ਅਮਰ ਅਬਿਨਾਸੀ ਕਰਕੇ ਉਸ ਵਾਹਿਗੁਰੂ ਤੱਕ ਲੈ ਜਾਂਦੀ ਹੈ, ਜਿਸ ਕਰਕੇ ਜਗਤ ਜੀਤ ਜਾਏ ਹੈ। ਜਗਤ ਨੂੰ ਜਿੱਤ ਕੇ ਜਾਂਦੇ ਹਨ ਉਹ ਸੰਤ ਮਹਾਤਮਾ ਬ੍ਰਹਮ ਗਿਆਨੀ, ਜਿਹੜੇ ਉਸ ਕਾਲ ਮਹਾਕਾਲ ਨੂੰ ਧਿਆਉਂਦੇ ਹਨ। ਬਚਿੱਤਰ ਚਾਰ ਚਿੱਤਿਆਂ, ਬਚਿੱਤਰ ਚਾਰ ਚਿੱਤਰਿਆਂ। ਆਪ ਜੀ ਦਾ ਜਿਹੜਾ ਸਰੂਪ ਹੈ
ਬਚਿੱਤਰੰ। ਚਿੱਤਰ ਜਿਹੜੀ ਮੂਰਤ ਹੈ, ਸਰੂਪ ਹੈ, ਚਾਰ ਸੁੰਦਰ ਹੈ। ਬਚਿੱਤਰ ਅਦਭੁਤ, ਆਚਰਜ, ਅਨੋਖੀ, ਅਜੀਬ ਹੀ ਹੈ, ਬੜੀ ਸੁੰਦਰ ਹੀ ਹੈ। ਪਰਮਯੰ ਪਵਿੱਤਰੰ। ਜਾਂ ਇਸ ਤਰ੍ਹਾਂ ਚਿੱਤਰੰ ਦਾ ਅਰਥ ਤਿਲਕ ਹੀ ਹੁੰਦਾ ਹੈ। ਤਿਲਕ ਬੜਾ ਆਪ ਜੀ ਦਾ ਮਸਤਕ ਤੇ ਸੁੰਦਰ ਹੈ, ਤੇ ਬਚਿੱਤਰ ਅਨੋਖਾ ਹੀ ਅਜੀਬ ਹੈ। ਪਰਮਯੰ ਪਵਿੱਤਰੰ। ਪਰਮਯੰ ਇੱਦਾਂ ਪੜ੍ਹਨਾ, ਪਰਮਯੰ ਪਵਿੱਤਰੰ। ਪਰਮਯੰ ਨਹੀਂ, ਪਰਮਯੰ। ਬਹੁਤ ਹੀ ਜੋ ਪਵਿੱਤਰ ਸਰੂਪ ਹੈ ਤੇ ਮਹਾਨ ਹੈ। ਅਲੋਕ ਰੂਪ ਰਾਜਯੰ। ਅਲੌਕਿਕ ਸਰੂਪ ਉਹਦਾ ਰਾਜ ਬਿਰਾਜ ਰਿਹਾ, ਸਜ ਰਿਹਾ ਹੈ, ਸ਼ੋਭ ਰਿਹਾ ਹੈ। ਸੁਣੇ ਸੋ ਪਾਪ ਭਾਜਯੰ। ਉਸ ਦਾ ਅਕਾਲ ਦਾ ਨਾਮ ਸੁਣਦਿਆਂ ਹੀ ਪਾਪ ਜਿਹੜੇ ਭੱਜ ਜਾਂਦੇ ਆ, ਪਾਪੀ ਲੋਕ ਵੀ ਸਾਰੇ ਭੱਜ ਜਾਂਦੇ ਹਨ। ਵਿਸਾਲ ਲਾਲ ਲੋਚਨੰ। ਪ੍ਰਭੂ ਦੇ ਜਿਹੜੇ ਚੌੜੇ ਕਮਲ ਦੇ ਪੱਤਰਿਆਂ ਵਰਗੇ ਨੇਤਰ ਹਨ, ਬਹੁਤ ਮਹਾਨ, ਤੇ ਪ੍ਰੇਮ ਦੀ ਲਾਲੀ ਦੇ ਸਹਿਤ ਹਨ ਨੇਤਰ। ਬੇਅੰਤ ਪਾਪ ਮੋਚਨੰ। ਉਹ ਜਿਹਦੇ ਵੱਲ ਤੱਕਦੇ ਦੇਖਦੇ ਆ, ਜਿਹੜੇ ਉਹ ਬੇਅੰਤ ਪਾਪਾਂ ਨੂੰ ਨਾਸ ਕਰ ਦਿੰਦੇ, ਕੱਟ ਕੇ ਰੱਖ ਦਿੰਦੇ ਹਨ। ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁਖ ਵਿਦਾਰਿਓ। ਵੀ ਗੁਰੂ ਸਾਹਿਬ ਜੀ ਦੇ ਨੇਤਰਾਂ ਦੀ ਕਲਾ ਹੀ ਹੈ ਨਾ, ਕਿ ਜਦੋਂ ਦ੍ਰਿਸ਼ਟੀ ਪਈ ਹੈ ਕੌਡੇ ਰਾਖਸ਼ 'ਤੇ, ਅਤੇ ਉਹਨੂੰ ਕੌਡਾ ਰਾਖਸ਼ ਨਹੀਂ ਰਹਿਣ ਦਿੱਤਾ, ਉਹਨੂੰ ਭਗਤ ਬਣਾ ਦਿੱਤਾ ਹੈ। ਸੱਜਣ ਠੱਗ ਜੀ ਦਾ ਨਾਮ ਸੀ, ਜੋ ਸੱਜਣ ਨਹੀਂ ਸੀ, ਠੱਗ ਹੀ ਸੀ ਇਕੱਲਾ। ਉਹਨੂੰ ਮਹਾਰਾਜ ਜੀ ਨੇ ਦ੍ਰਿਸ਼ਟੀ ਦੇ ਨਾਲ ਹੀ ਸੱਜਣ ਕਰ ਦਿੱਤਾ। ਭਾਈ ਮੰਝ ਹੋਣੀ ਜਿਹੜੇ ਲਾਲਾਂ ਵਾਲੇ ਪੀਰਾਂ ਨੂੰ ਮੰਨਦੇ ਸਨ, ਉਹਨਾਂ ਵੱਲ ਦ੍ਰਿਸ਼ਟੀ ਕਰਕੇ ਮਹਾਨ ਸਿੱਖ ਬਣਾ ਦਿੱਤਾ। ਇਹ ਗੁਰੂ ਕੀ ਦ੍ਰਿਸ਼ਟੀ ਦੀ ਕਲਾ ਹੈ। ਜਿੱਧਰ ਤੱਕਦੇ ਹੈ ਉੱਧਰ ਹੀ ਪਾਪ ਸਾਰੇ ਕੱਟ ਦਿੰਦੇ ਹੈ। ਜੋ ਪਾਪ ਰੂਪ ਮਾੜੇ ਕਰਮ ਹੈ, ਜਿਨ੍ਹਾਂ ਕਰਕੇ ਵਿਛੜੇ ਪਰਮਾਤਮਾ ਤੋਂ, ਸਾਰੇ ਨਾਸ ਕਰ ਦਿੰਦੇ ਹਨ। ਗੁਰੂ ਅਤੇ ਅਕਾਲ ਵਾਹਿਗੁਰੂ ਇੱਕ ਹੀ ਹਨ। ਨਾ ਤਾਂ ਸਤਿਗੁਰੂ ਹੀ ਕਿਤੇ ਜਾਂਦੇ ਆਉਂਦੇ ਹੈ, ਨਾ ਅਕਾਲ ਹੀ ਵਾਹਿਗੁਰੂ ਕਿਤੇ ਆਉਂਦਾ ਜਾਂਦਾ ਹੈ। ਸਤਿਗੁਰ ਮੇਰਾ ਸਦਾ ਸਦਾ ਨਾ ਆਵੈ ਨਾ ਜਾਏ, ਉਹ ਬਿਨਾਸੀ ਪੁਰਖ ਹੈ, ਸਭ ਮਹਿ ਰਹਾ ਸਮਾਏ। ਚਮਕ ਚੰਦਰ ਚਾਰਿਅੰ। ਜਾਪ ਜੀ ਦਾ ਜਿਹੜਾ ਸੋਹਣੇ ਮੁਖ ਦੀ ਚਮਕ ਹੈ, ਚੰਦਰਮਾ ਵਾਂਗ ਚਾਰਿੰਗ ਬੜੀ ਸੁੰਦਰ ਹੈ, ਸ੍ਰੇਸ਼ਟ ਮਹਾਨ ਹੈ। ਅਗੀ ਅਨੇਕ ਤਾਰਿਅੰ। ਉਸ ਦੇ ਦਰਸ਼ਨ ਕਰਨ ਨਾਲ ਹੀ ਅਨੇਕਾਂ ਹੀ ਪਾਪੀ ਤਰ ਜਾਂਦੇ ਹਨ। ਅਨੇਕਾਂ ਪਾਪੀ ਤਰ ਗਏ ਹਨ ਗੁਰੂ ਕਾ ਸਰੂਪ ਦੇ ਕੇ ਤੇ ਮਹਾਕਾਲ ਦਾ ਸਰੂਪ ਦੇ ਕੇ। ਰਸਾਵਲ ਛੰਦ ਜੇਤੇ ਲੋਕ ਪਾਲੰ। ਜਿੰਨੇ ਵੀ ਲੋਕ ਪਾਲੰ ਵਿਸ਼ਨੂੰ ਭਗਵਾਨ, ਜਾਂ ਲੋਕ ਦਿਕ ਪਾਲਕ ਅੱਠ ਸਾਖੀ ਹਨ। ਤਿਤੇ ਜੇਰ ਕਾਲੰ। ਸਾਰੇ ਕਾਲ ਦੇ ਜੇਰ ਕਏ ਅਧੀਨ ਹਨ। ਜਿਤੇ ਸੂਰ ਚੰਦਰੰ। ਜਿੰਨੇ ਵੀ ਸੂਰਜ ਹਨ ਤੇ ਚੰਦਰਮਾ ਹਨ। ਕੇਤੇ ਇੰਦ ਚੰਦ ਸੂਰ ਕੇਤੇ। ਕਹਾ ਇੰਦਰ ਬਿੰਦਰੰ। ਕਿੱਥੇ ਆ ਉਹ ਜਿਹੜੇ ਇੰਦਰ ਦੇਵਤੇ, ਬਿੰਦਰੰ ਕਹੀਏ 52 ਅਵਤਾਰ ਕਿੱਥੇ ਹੈ? ਸਭ ਕਾਲ ਦੇ ਅਧੀਨ ਹੋ ਗਏ। ਜਾਂ ਬਿੰਦਰ ਜੋ ਜਲੰਧਰ ਦੈਨ ਦੀ ਘਰ ਵਾਲੀ ਸੀ ਰਾਖਸ਼ਣੀ, ਉਹ ਕਿੱਥੇ ਹੈ? ਉਹ ਵੀ ਨਹੀਂ ਰਹੀ ਹੈ, ਕਾਲ ਦੇ ਵੱਸ ਹੋ ਗਈ ਹੈ। ਜਾਂ ਵੀ ਜਿਤਨੇ ਸੂਰ ਚੰਦਰੰ, ਜਿੰਨੇ ਵੀ ਸੂਰਜ ਚੰਦਰਮਾ ਹਨ, ਅਤੇ ਕਹਾਂ ਤੋਂ ਅਰਥ ਲੈ ਲੈਣਾ ਕੀ ਹੈ ਇੰਦਰ, ਸੂਰਜ, ਚੰਦਰਮਾ, ਬਿੰਦਰਾ, ਰਾਖਸ਼ਣੀ, 52 ਅਵਤਾਰ। ਫਿਰ ਬਿੰਦਰੰ ਜਿਹੜੇ ਭਗਤੇ ਵਿਦਵਾਨ ਪੰਡਿਤ ਲੋਕ ਹੈ, ਸਾਰੇ ਕਿੱਥੇ ਹੈ? ਸਭ ਕਾਲ ਦੇ ਅਧੀਨ ਹੀ ਹੈ, ਕਾਲ ਨੇ ਖਤਮ ਕਰ ਦਿੱਤੇ ਹੈ। ਭੁਜੰਗ ਪਰਿਆਤ ਛੰਦ ਫਿਰ 14 ਲੋਕਿਅੰ ਕਾਲ ਚੱਕਰੰ। ਉਸ ਮਹਾਕਾਲ ਅਕਾਲ ਪੁਰਖ ਦਾ 14 ਲੋਕਾਂ ਵਿੱਚ ਹੀ, 14 ਲੋਕਾਂ ਵਿੱਚ 14 ਚੱਕਰਾਂ ਵਿੱਚ ਹੀ ਜਿਹੜਾ ਹੈ
ਹੁਕਮ ਰੂਪੀ ਕਾਲ ਰੂਪੀ ਚੱਕਰ ਫਿਰਦਾ ਹੈ, ਚੱਲਦਾ ਹੈ। ਸਭੈ ਨਾਥ ਨਾਥੇ ਭ੍ਰਮੰ ਭਉ ਬਕਰੰ। ਸਾਰੇ ਜਿਹੜੇ ਨਾਥ ਬਣੇ ਫਿਰਦੇ ਸਨ ਮਾਲਕ, ਉਹ ਸਾਰੇ ਮਾਲਕਾਂ ਦਾ ਜੋ ਨਾਥੇ ਕਹੀਏ ਮਾਲਕ ਨੇ, ਸਭ ਨੂੰ ਹੀ ਆਪਣੀ ਹੁਕਮ ਰੂਪੀ ਨੱਥ ਪਾਈ ਹੋਈ ਹੈ। ਤੇ ਭ੍ਰਮੰ ਭਉ ਹੈ ਬਕਰੰ, ਬਿੰਦੀ ਨਾਲ ਪਾਠ ਵੀ ਹੈਗਾ ਹਜ਼ੂਰ ਸਾਹਿਬ ਵਾਲੀ ਬੀੜ ਦੇ ਵਿੱਚ। ਭੌਹਾਂ, ਜਿਹੜੇ ਭੌਹਾਂ ਕਹੀਏ ਭੌਆਂ ਹੈ ਨਾ ਭਰਵੱਟਿਆਂ ਦੀਆਂ, ਉਹ ਬੜੀਆਂ ਟੇਢੀਆਂ ਹਨ। ਉਹ ਟੇਢੀਆਂ ਭੌਆਂ ਦੇ ਨਾਲ ਹੀ ਭ੍ਰਮੰ ਫੇਰ ਕੇ ਘੁਮਾ ਕੇ ਸਭਾ ਨੂੰ ਜਿਹੜੀ ਮਾਲਕ ਜਿਹੜੇ ਬਣੇ ਉਹਨਾਂ ਨੂੰ ਨੱਥ ਪਾਈ ਹੋਈ ਆਪਣੀ ਹੁਕਮ ਰੂਪੀ। ਕਹਾਂ ਰਾਮ ਕ੍ਰਿਸ਼ਨੰ ਕਹਾਂ ਚੰਦ ਸੂਰੰ। ਕੀ ਹੈ ਰਾਮ ਚੰਦਰ ਜੀ ਉਸ ਕਾਲ ਅੱਗੇ, ਕੀ ਹੈ ਕ੍ਰਿਸ਼ਨ ਜੀ, ਜਾਂ ਕਿੱਥੇ ਹੈ ਰਾਮ ਜੀ, ਕਿੱਥੇ ਹੈ ਕ੍ਰਿਸ਼ਨ ਜੀ, ਕਿੱਥੇ ਹੈ ਚੰਦਰਮਾਤ, ਕਿੱਥੇ ਹੈ ਸੂਰਜ। ਸਭੈ ਹੱਥ ਬਾਧੇ ਖਰੇ ਕਾਲ ਹਜੂਰੰ। ਇਹ ਸਾਰੇ ਜਿਹੜੇ ਨਾ ਹੱਥ ਬੰਨ ਕੇ ਕਿਤਨੇ ਰਾਮ ਕ੍ਰਿਸ਼ਨ ਭਗਵਾਨ ਚੰਦਰਮਾ, ਇਹ ਰਾਮਚੰਦਰ ਜੀ, ਚੰਦਰਮਾ, ਸੂਰਜ ਦੇਵਤੇ ਜਿਹੜੇ ਹੈ ਆਪਣੇ ਸਾਰੇ ਹੱਥ ਬੰਨ ਕੇ ਉਸ ਕਾਲ ਦੀ ਹਜ਼ੂਰੀ ਵਿੱਚ ਖੜੇ ਹੈ ਕਿ ਹੇ ਮਹਾਕਾਲ ਸਾਨੂੰ ਬਚਾ ਲਾ, ਅਸੀਂ ਕਾਲ ਦੇ ਵਸ ਨਾ ਹੋ ਜਾਈਏ, ਅਧੀਨ ਹਾਂ। ਸਵਈਆ ਕਾਲ ਹੀ ਪਾਏ ਭਇਓ ਭਗਵਾਨ। ਕਾਲ ਹੀ, ਉਸ ਮਹਾਕਾਲ ਦੀ ਆਗਿਆ ਹੁਕਮ ਇਸ਼ਾਰਾ ਪਾ ਕੇ ਭਗਵਾਨ ਵਿਸ਼ਨੂੰ ਜੀ ਹੋਏ ਹੈ, ਜਾਂ ਕਾਲ ਦਾ ਅਰਥ ਸਮਾਂ, ਸਮਾਂ ਪਾ ਕੇ ਹੀ ਵਿਸ਼ਨੂੰ ਜੀ ਹੋਏ ਹੈ। ਸੋ ਜਾਗਤ ਜਾਂ ਜਗ ਜਾ ਕੀ ਕਲਾ ਹੈ। ਉਸ ਅਕਾਲ ਮਹਾਕਾਲ ਦੀ ਪ੍ਰਭੂ ਦੀ ਜਿਹੜੀ ਜਗਤ ਦੇ ਵਿੱਚ ਕਲਾ ਜਗ ਰਹੀ ਹੈ, ਜਗ ਰਹੀ ਹੈ, ਉਸ ਦੀ ਕਲਾ ਸ਼ਕਤੀ ਵਰਤ ਰਹੀ ਹੈ। ਇਸੇ ਤਰ੍ਹਾਂ ਅਰਥ ਲਾਉਣ ਵਾਸਤੇ ਵੀ ਸਮੇਂ ਨੂੰ ਉਸ ਅਕਾਲ ਪੁਰਖ ਦੇ ਹੁਕਮ ਨੂੰ ਪਾ ਕੇ ਭਗਵਾਨ ਪੈਦਾ ਹੋਏ ਹੈ, ਜਿਸ ਵਿਸ਼ਨੂੰ ਜੀ ਦੀ ਸਤਯੁਗ ਤ੍ਰੇਤੇ ਦੁਆਪਰ ਵਿੱਚ ਕਲਯੁਗ ਦੇ ਵਿੱਚ ਸਮੇਂ ਸਮੇਂ ਨਾਲ ਅਵਤਾਰ ਧਾਰਨੇ ਕਰਕੇ ਜਗਤ ਵਿੱਚ ਜਿਹਦੀ ਕਲਾ ਜਾਗ ਰਹੀ ਹੈ, ਵਰਤ ਰਹੀ ਹੈ, ਜ਼ਾਹਰੀ ਪ੍ਰਗਟੀ ਹੈ। ਕਾਲ ਹੀ ਪਾਏ ਭਇਓ ਬ੍ਰਹਮਾ ਸਿਵ। ਕਾਲ ਦਾ ਇਸ਼ਾਰਾ ਪਾ ਕੇ, ਹੁਕਮ ਪਾ ਕੇ, ਆਗਿਆ ਪਾ ਕੇ, ਜਾਂ ਸਮੇਂ ਨੂੰ ਪਾ ਕੇ ਬ੍ਰਹਮਾ ਵੀ ਪੈਦਾ ਹੋਇਆ, ਸ਼ਿਵ ਜੀ ਪੈਦਾ ਹੋਇਆ ਹੈ। ਕਾਲ ਹੀ ਪਾਏ ਭਇਓ ਜੁਗੀਆ ਹੈ। ਕਾਲ ਹੀ ਪਾ ਕੇ, ਇਸ਼ਾਰਾ ਹੁਕਮ ਪਾ ਕੇ, ਸਮਾਂ ਪਾ ਕੇ ਜੋਗੀ ਵਿਸ਼ਿੰਦਰ ਨਾਥ ਗੋਰਖਨਾਥ ਵਰਗੇ ਹੋਏ ਹਨ। ਕਾਲ ਹੀ ਪਾਏ ਸੁਰਾ ਸੁਰ ਗੰਧਰਵ। ਇਸ਼ਾਰਾ ਕਾਲ ਮਹਾਕਾਲ ਦਾ ਪਾ ਕੇ, ਸਮਾਂ ਪਾ ਕੇ, ਹੁਕਮ ਪਾ ਕੇ ਸੁਰ ਦੇਵਤੇ ਤੇ ਅਸੁਰ ਕਹੀਏ ਦੈਂਤ ਇਹ ਹੋਏ ਹੈ। ਗੰਧਰਵ ਜੋ ਦੇਵਤਿਆਂ ਦੇ ਰਾਗੀ ਹੈ, 6333 ਅਥਰਵਣ ਵਿੱਚ ਲਿਖਿਆ ਹੋਇਆ, ਇਹ ਵੀ ਉਸੇ ਤਰ੍ਹਾਂ ਹੀ ਹੋਏ ਹਨ ਸਮਾਂ ਪਾ ਕੇ। ਜਾਛ ਭੁਜੰਗ ਦਿਸਾ ਬਿਦਿਸਾ ਹੈ। ਜਾਛ ਜਿਹੜੇ ਕੁਬੇਰ ਦੇ ਸੇਵਕ ਹਨ, ਭੁਜੰਗ ਸ਼ੇਸ਼ ਨਾਗ, ਤਛਕ ਨਾਗ, ਬਾਸਕ ਨਾਗ, ਇਹ ਜਿਹੜੇ ਵੱਡੇ ਵੱਡੇ ਨਾਗਾਂ ਦੇ ਜਿਹੜੇ ਉਸਤਾਦ ਹਨ, ਈਸ਼ ਹਨ। ਫਿਰ 4 ਦਿਸ਼ਾ ਪੂਰਬ ਪੱਛਮ ਉੱਤਰ ਦੱਖਣ ਵਿਦਿਸ਼ਾ ਜਿਹੜੀਆਂ ਕੋਨੇ ਵਾਲੀਆਂ ਧਰਤੀ ਆਕਾਸ਼, ਇਹ 10 ਦਿਸ਼ਾ ਹੀ ਹਨ। 10 ਦਿਸ਼ਾ ਦੇ ਜੀਵ ਸਮਾਂ ਪਾ ਕੇ ਉਹਦਾ ਇਸ਼ਾਰਾ ਪਾ ਕੇ ਹੋਏ ਹੈ, ਜਾਂ 10 ਦਿਸ਼ਾ ਦੇ ਜਿਹੜੀ 10 ਦਿਸ਼ਾ ਇਹ ਵੀ ਉਹਦਾ ਇਸ਼ਾਰਾ ਪਾ ਕੇ ਹੋਈਆਂ ਹਨ ਪੈਦਾ। ਔਰ ਸਕਾਲ ਸਭੈ ਬਸ ਕਾਲ ਕੇ। ਕਈ ਥਾਵਾਂ ਤੇ ਸਕਾਲ ਪਾਠ ਲਿਖਿਆ ਹੈ ਸੱਸੀ ਔਂਕੜ ਤੋਂ ਬਿਨਾਂ, ਵੀ ਸਾਰੇ ਕਾਲ ਦੇ ਸਹਿਤ ਹੀ ਸਭੇ ਸਾਰੇ ਬਸ ਕਾਲ ਦੇ ਹਨ ਅੰਤ ਨੂੰ। ਔਰ ਸੁਕਾਲ ਦਾ ਅਰਥ ਸੰਪਰਦਾਇ ਇਵੇਂ ਕੀਤਾ ਜਾਂਦਾ ਵੀ ਦੰਡ ਦੇਣ ਵਾਲੇ, ਜਿਹੜੇ ਆਪਣੇ ਹੁਕਮ ਨਾਲ ਦੰਡ ਦੇਣ ਵਾਲੇ, ਦੂਜਿਆਂ ਦੇ ਕਤਲ ਕਰਨ ਵਾਲੇ, ਫਾਂਸੀ ਦੇਣ ਵਾਲੇ, ਸੂਲੀ 'ਤੇ ਚਾੜਨ ਵਾਲੇ, ਟੋਟੇ ਕਰਵਾ ਦੇਣ ਵਾਲੇ, ਇਹ ਸੁਕਾਲ ਦੰਡਧਾਰੀ ਲੋਕ
ਇਹ ਸਾਰੇ ਕਾਲ ਦੇ ਵਸ ਹਨ। ਅੰਤ ਨੂੰ ਇਹ ਵੀ ਬਾਅਦ ਵਿੱਚ ਇਸੇ ਤਰ੍ਹਾਂ ਬੀੜੇ ਜਾਂਦੇ ਹਨ। ਏਕ ਹੀ ਕਾਲ ਅਕਾਲ ਸਦਾ ਹੈ। ਸਦਾ ਬਸ ਜੋ ਨਾ ਇੱਕ ਕਾਲ ਵਾਹਿਗੁਰੂ ਪਰਮਾਤਮਾ ਹੀ ਅਕਾਲ ਹੈ, ਜਿਹੜਾ ਕਾਲ ਤੋਂ ਪਰੇ ਹੈ। ਭੁਜੰਗ ਪਰਿਆਤ ਛੰਦ ਨਮੋ ਦੇਵ ਦੇਵੰ ਨਮੋ ਖੜਗ ਧਾਰੰ। ਜੋ ਦੇਵਤਿਆਂ ਦੇ ਵੱਡੇ ਦੇਵਤੇ ਹਨ, ਦੇਵਤਿਆਂ ਦੇ ਜੋ ਪੂਜਨੀਕ ਹਨ, ਉਸ ਨੂੰ ਮਹਾਰਾਜ ਕਹਿੰਦੇ ਸਾਡੀ ਨਮਸਕਾਰ ਹੈ। ਖੜਗ ਧਾਰਨ, ਜੋ ਖੜਗ ਧਾਰੀ ਹੈ, ਜਿਸ ਨੇ ਸ੍ਰੀ ਸਾਹਿਬ ਧਾਰਨ ਕੀਤੀ, ਉਸ ਨੂੰ ਸਾਡੀ ਨਮਸਕਾਰ ਹੈ। ਸਦਾ ਏਕ ਰੂਪੰ ਸਦਾ ਨਿਰਵਿਕਾਰੰ। ਜੋ ਸਦਾ ਇਹ ਅਦਵੈਤ ਸਰੂਪ ਹੈ, ਜੋ ਇੱਕ ਵਾਹਿਗੁਰੂ ਅਕਾਲ ਮਹਾਂਪੁਰਖ ਵਾਹਿਗੁਰੂ, ਜੋ ਹਮੇਸ਼ਾ ਹੀ ਅਦਵੈਤ ਸਰੂਪ ਸਤ ਚੇਤਨ ਆਨੰਦ ਸਰੂਪ ਹੈ, ਸਤ ਸਰੂਪ ਹੈ। ਸਦਾ ਨਿਰਵਿਕਾਰਨ, ਹਮੇਸ਼ਾ ਹੀ ਖਟ ਵਿਕਾਰਾਂ ਤੋਂ ਰਹਿਤ ਤੇ ਵਿਸ਼ਾ ਵਿਕਾਰਾਂ ਤੋਂ ਜੋ ਰਹਿਤ ਹੈ। ਨਮ ਰਾਜਸੰ ਸਾਤਕੰ ਤਾਮਸਯੰ। ਨਮਸਕਾਰ ਹੈ ਉਸ ਨੂੰ ਜੋ ਰਾਜਸੰ ਕਹੀਏ ਕਿ ਬ੍ਰਹਮਾ ਰੂਪ ਹੋ ਜਾਂਦਾ ਹੈ, ਸਾਤਕੰ ਵਿਸ਼ਨੂੰ ਜੀ ਰੂਪ ਹੋ ਜਾਂਦਾ ਹੈ, ਤਾਮਸਯੰ ਜੋ ਸ਼ਿਵ ਜੀ ਰੂਪ ਵੀ ਹੋ ਜਾਂਦਾ ਹੈ, ਉਸ ਨੂੰ ਨਮਸਕਾਰ ਹੈ। ਰਾਜੋ ਰਾਜਸੰ ਜਿਸ ਦਾ ਰਾਜਸੀ ਸੁਭਾਅ ਵੀ ਰਾਜ ਭਾਗ ਕਰਦਾ ਹੈ। ਸਾਤਕੰ ਜੋ ਗਿਆਨਵਾਨ ਸ਼ਾਂਤੀ ਵਾਲਾ ਗਿਆਨੀ ਹੁੰਦਾ ਹੈ। ਤਾਮਸਯੰ ਜੋ ਕਦੀ ਕ੍ਰੋਧੀ ਹੋ ਜਾਂਦੇ ਹੈ, ਨਿੰਦਰਾ ਦੇ ਵਸ ਹੋ ਜਾਂਦੇ ਹੈ, ਉਹ ਸਾਰਾ ਉਹਦਾ ਹੀ ਰੂਪ ਹੈ। ਜੋ ਦੀਸੈ ਸੋ ਤੇਰਾ ਰੂਪ, ਉਸ ਨੂੰ ਨਮਸਕਾਰ ਹੈ। ਜੋ ਰਾਜਸੀ ਰੂਪ, ਤਾਮਸੀ ਰੂਪ, ਸਾਤਕੀ ਰੂਪ ਹੈ, ਉਸ ਨੂੰ ਨਮਸਕਾਰ ਹੈ। ਸਾਡੀ ਜੋ ਰਜੋ ਗੁਣੀ, ਤਮੋ ਗੁਣੀ, ਸਤੋ ਗੁਣੀ, ਉਸ ਨੂੰ ਨਮਸਕਾਰ ਹੈ। ਐਸੇ ਪਰਮਾਤਮਾ ਨੂੰ ਨਮੋ ਨਿਰਵਿਕਾਰੰ ਨਮੋ ਨਿਰਜੁਰਯੰ। ਜੋ ਖਟ ਵਿਕਾਰਾਂ ਤੋਂ ਰਹਿਤ ਹੈ, ਉਸ ਨੂੰ ਨਮਸਕਾਰ ਹੈ। ਨਿਰਜੁਰਯੰ ਜੋ ਜਿਸ ਦੇ ਸਦਰਸ਼ ਕੋਈ ਨਹੀਂ ਹੈ, ਜਿਹਦੀ ਬਰਾਬਰੀ ਕਰਨ ਵਾਲਾ ਨਹੀਂ ਕੋਈ, ਜਿਹਦੇ ਨਾਲ ਕੋਈ ਜੁੜਨ ਵਾਲਾ ਨਹੀਂ ਹੈ, ਭਾਵ ਜੁੜ ਕੇ ਬਰਾਬਰੀ ਕਰਨ ਵਾਲਾ, ਸ਼ਰੀਕਾ ਕਰਨ ਵਾਲਾ ਨਹੀਂ ਜਿਹਦਾ ਕੋਈ, ਉਸ ਨੂੰ ਨਮਸਕਾਰ ਹੈ। ਜੋ ਜੁਰਯੰ ਕਹੀਏ ਬੁਢੇਪੇ ਤੋਂ ਰਹਿਤ ਹੈ। ਜੁਰਯੰ ਕਹੀਏ ਰੋਗ ਤਿੰਨਾਂ ਤਾਪਾਂ ਤੋਂ ਰਹਿਤ, ਰੋਗਾਂ ਤੋਂ ਰਹਿਤ। ਜੋ ਅਰੋਗੀ ਹੈ, ਨਿਰੋਗੀ ਹੈ, ਉਸ ਨੂੰ ਨਮਸਕਾਰ ਹੈ। ਰਸਾਵਲ ਛੰਦ ਨਮੋ ਬਾਣ ਪਾਣੰ। ਜਿਸ ਨੇ ਆਪਣੇ ਹੱਥਾਂ ਵਿੱਚ ਤੀਰ ਫੜਿਆ ਹੋਇਆ, ਉਸ ਨੂੰ ਨਮਸਕਾਰ ਹੈ। ਜਿਸ ਨੇ ਆਪਣੇ ਹੱਥਾਂ ਵਿੱਚ ਜੀਵਾਂ ਦੇ ਹੁਕਮ ਰੂਪੀ ਤੀਰ ਫੜਿਆ ਹੋਇਆ, ਉਸ ਨੂੰ ਨਮਸਕਾਰ ਹੈ। ਨਮੋ ਨਿਰਭਯਾਣੰ। ਆ ਜਿਹੜਾ ਯਈਆ ਇਹਦੀ ਉੱਪਰਲੀ ਡੰਡੀ ਨਹੀਂ ਹੈ ਸਹੀ ਪਾਠ ਵਿੱਚ, ਸ਼ੁੱਧ ਪਾਠ ਹੈ ਜਿਹੜਾ ਉੱਪਰ ਡੰਡੀ ਨਹੀਂ ਹੈ, ਤੇ ਕਿਉਂਕਿ ਫਿਰ ਅਰਥ ਹੋ ਜਾਏਗਾ ਭੈ ਤੋਂ ਰਹਿਤ। ਇਸ ਤਰ੍ਹਾਂ ਜੋ ਭੈ ਤੋਂ ਰਹਿਤ ਹੈ, ਉਸ ਨੂੰ ਨਮਸਕਾਰ ਹੈ। ਨਮੋ ਦੇਵ ਦੇਵੰ। ਨਮੋ ਜੋ ਦੇਵਤਿਆਂ ਦਾ ਵੱਡਾ ਦੇਵਤਾ ਹੈ, ਦੇਵਤਿਆਂ ਵਿੱਚ ਪੂਜਨੀਕ ਹੈ, ਜੋ ਦੇਵਤਿਆਂ ਦਾ ਪ੍ਰਕਾਸ਼ਕ, ਉਸ ਨੂੰ ਨਮਸਕਾਰ ਹੈ। ਭਵਾਣੰ ਭਵੇਯੰ। ਭਵਾਣੰ ਜੋ ਆਦ ਰੂਪ ਹੈ, ਭਵੇਯੰ ਕਹੀਏ ਅੰਤ ਰੂਪ ਹੈ, ਉਸ ਨੂੰ ਨਮਸਕਾਰ ਹੈ। ਭਵਾਣੰ ਭਵ ਨਾਮ ਸੰਸਾਰ ਦਾ, ਜੋ ਸੰਸਾਰ ਨੂੰ ਲੈ ਕੇ ਆਉਣ ਵਾਲਾ ਹੈ ਕਾਲ, ਅਤੇ ਉਹ ਉਸ ਨੂੰ ਭਵੇਯੰ ਕਹੀਏ ਜੋ ਸੰਸਾਰ ਨੂੰ ਲੈ ਕੇ ਆਉਣ ਵਾਲਾ ਹੋ ਰਿਹਾ ਹੈ। ਭਵਾਣੰ ਜੋ ਸੰਸਾਰ ਵਿੱਚ ਅਰਥ ਵਾਸਤੇ ਲੈ ਲੈਣਾ ਵੀ, ਜੋ ਸੰਸਾਰ ਵਿੱਚ ਪੂਜਨੀਕ ਹੋ ਰਿਹਾ ਹੈ, ਜੋ ਪੂਜਨੇ ਯੋਗ ਹੈ, ਉਸ ਨੂੰ ਨਮਸਕਾਰ ਹੈ। ਜਾਂ ਭਵਾਣੰ ਹੁੰਦਾ ਵਰਤਮਾਨ, ਜੋ ਵਰਤਮਾਨ ਵਿੱਚ ਹੋ ਰਿਹਾ ਹੈ। ਭਵਾਨਕ ਤੋਂ ਅਰਥ ਹੀ ਲੈ ਲੈਣਾ ਭਾਵ ਨਾਲ ਕਿ ਜੋ ਭੂਤ ਭਵਿੱਖ ਵਰਤਮਾਨ ਤਿੰਨਾਂ ਸਮਿਆਂ ਵਿੱਚ ਹੀ ਭਵੇਯੰ ਮਿਲ ਰਿਹਾ ਹੈ, ਹੋ ਰਿਹਾ ਹੈ, ਭਿੰਨ ਭਿੰਨ ਰੂਪ ਹੋ ਕੇ। ਭਵੇਯੰ ਦਾ ਅਰਥ ਭੈ ਤੋਂ ਰਹਿਤ ਹੈ, ਜੋ ਉਹਨੂੰ ਨਮਸਕਾਰ ਹੈ। ਭੁਜੰਗ ਪਰਿਆਤ ਛੰਦ ਨਮੋ ਖਗ ਖੰਡੰ ਕਿਰਪਾਣੰ ਕਟਾਰੰ। ਨਮਸਕਾਰ ਹੈ ਉਸ ਨੂੰ ਜਿਸ ਨੇ ਆਪਣੇ ਹਸਤ ਵਿੱਚ ਤਲਵਾਰ ਖੰਡਾ ਖੜਗ ਧਾਰਨ ਕੀਤੀ ਹੈ, ਜੋ ਖੰਡੇ ਨੂੰ ਧਾਰਨ ਕਰਨ ਵਾਲਾ ਹੈ,
ਕਿਰਪਾਨ ਨੂੰ ਧਾਰਨ ਕਰਨ ਵਾਲਾ ਹੈ, ਕਟਾਰ ਨੂੰ ਧਾਰਨ ਕਰਨ ਵਾਲਾ, ਉਸ ਅਕਾਲ ਪੁਰਖ ਨੂੰ ਮਹਾਰਾਜ ਕਹਿੰਦੇ ਸਾਡੀ ਨਮਸਕਾਰ ਹੈ। ਜਾਂ ਖੱਗ, ਇਹ ਤਲਵਾਰ, ਖੰਡਾ, ਕਿਰਪਾਨ, ਕਟਾਰ, ਇਹ ਵੀ ਮਾਰਦੀ ਹੈ ਨਾ, ਕਾਲ ਵੀ ਮਾਰਦਾ ਤੇ ਇਹ ਵੀ ਮਾਰਦੀ ਹੈ ਨਾ ਬੰਦੇ ਨੂੰ, ਜੀਵ ਨੂੰ। ਇਸ ਕਰਕੇ ਇਸ ਨੂੰ ਵੀ ਨਮਸਕਾਰ ਹੈ। ਖੱਗ, ਖੰਡੰ, ਕਿਰਪਾਨੰ, ਕਟਾਰੰ। ਜੋ ਖੱਗ ਤਲਵਾਰ ਸਰੂਪ ਹੈ, ਖੰਡਾ ਰੂਪ ਹੈ, ਕਿਰਪਾਨ ਰੂਪ ਹੈ, ਕਟਾਰ ਰੂਪ ਹੈ, ਉਸ ਨੂੰ ਨਮਸਕਾਰ ਹੈ। ਜਾਂ ਜੋ ਇਹਨਾਂ ਨੂੰ ਧਾਰਨ ਕਰਨ ਵਾਲਾ ਵਾਹਿਗੁਰੂ ਹੈ, ਅਕਾਲ ਪੁਰਖ ਮਹਾਂਕਾਲ, ਉਸ ਨੂੰ ਨਮਸਕਾਰ ਹੈ। ਤਾਂ ਹੀ ਮਾਰੇ ਕਹਿੰਦੇ ਅਸ ਕਿਰਪਾਨ ਖੰਡੋ ਖੜਗ ਤੂਕ ਤਬਰ ਅਰ ਤੀਰ, ਸਹਿਬ ਸਰੋਹੀ ਸਹਿਥੀ ਯਹ ਹਮਾਰੇ ਪੀਰ। ਇਹ ਸਾਡੇ ਪੀਰ ਵੀ ਹਨ, ਤਾਂ ਕਰਕੇ ਨਮਸਕਾਰ ਹੈ। ਸਦਾ ਏਕ ਰੂਪੰ ਸਦਾ ਨਿਰਵਿਕਾਰੰ। ਜੋ ਇੱਕ ਅਕਾਲ ਪੁਰਖ ਹਮੇਸ਼ਾ ਹੀ ਇੱਕ ਸਰੂਪ ਵਿੱਚ ਹੀ ਰਹਿੰਦਾ ਹੈ, ਅਦਵੈਤ ਸਰੂਪ ਵਿੱਚ, ਸਦਾ ਨਿਰਵਿਕਾਰੰ, ਜੋ ਵਿਕਾਰਾਂ ਤੋਂ ਰਹਿਤ ਹੈ, ਖਟ ਵਿਕਾਰਾਂ ਤੋਂ ਰਹਿਤ ਹੈ ਹਮੇਸ਼ਾ। ਨਮੋ ਬਾਣ ਪਾਣੰ ਨਮੋ ਦੰਡ ਧਾਰਿਅੰ। ਜਿਸ ਨੇ ਆਪਣੇ ਹੱਥ ਵਿੱਚ ਤੀਰ ਧਾਰਨ ਕੀਤਾ ਹੈ, ਉਸ ਨੂੰ ਨਮਸਕਾਰ ਹੈ। ਜੋ ਦੰਡ ਧਾਰੀ ਹੈ, ਦੂਜਿਆਂ ਨੂੰ ਸਜ਼ਾ ਦੇਣ ਵਾਲੇ, ਉਹਨਾਂ ਨੂੰ ਵੀ ਜੋ ਸਜ਼ਾ ਦੇਣ ਵਾਲਾ ਹੈ, ਉਸ ਨੂੰ ਨਮਸਕਾਰ ਹੈ। ਜਾਂ ਦੰਡ ਧਾਰਿਅੰ, ਜਿਹਨੇ ਆਪਣਾ ਦੰਡ ਕਹੀਏ ਬਲ ਧਾਰਿਆ ਹੋਇਆ, ਉਸ ਨੂੰ ਨਮਸਕਾਰ ਹੈ। ਜਿਹੜਾ ਦੰਡ ਧਾਰੀ ਨੂੰ ਦੰਡ ਦੇਣ ਵਾਲਾ, ਉਸ ਨੂੰ ਨਮਸਕਾਰ ਹੈ। ਜਾਂ ਜਿਹਦੀਆਂ ਡੰਡੇ ਵਾਂਗ ਬਾਹਾਂ ਮਜ਼ਬੂਤ ਹਨ, ਜਿਹਨੇ ਡੰਡੇ ਵਾਂਗ ਆਪਣੀਆਂ ਬਾਹਾਂ ਧਾਰਨ ਕੀਤੀਆਂ ਮਜ਼ਬੂਤ, ਉਸ ਨੂੰ ਨਮਸਕਾਰ ਹੈ। ਜਿਨ੍ਹੇ 14 ਲੋਕ ਜੋਤੰ ਬਿਥਾਰਿਅੰ। ਜਿਹਨੇ 14 ਲੋਕਾਂ ਵਿੱਚ ਆਪਣੀ ਜੋਤ ਫੈਲਾਈ ਹੋਈ ਹੈ, ਪ੍ਰਕਾਸ਼ ਕੀਤੀ ਹੋਈ ਹੈ, ਜਿਹਦੀ 14 ਲੋਕਾਂ ਵਿੱਚ ਜੋਤ ਪ੍ਰਕਾਸ਼ ਰਹੀ ਹੈ। ਸਭ ਮਹਿ ਜੋਤ ਜੋਤ ਹੈ ਸੋਏ, ਤਿਸਦੈ ਚਾਨਣ ਸਭ ਮਹਿ ਚਾਨਣ ਹੋਏ। ਨਮਸਕਾਰਿਅੰ ਮੋਰ ਤੀਰੰ ਤਫੰਗੰ। ਸਤਿਗੁਰੂ ਜੀ ਕਹਿੰਦੇ ਸਾਡੀ ਉਸ ਅਕਾਲ ਪੁਰਖ ਨੂੰ ਨਮਸਕਾਰ ਹੈ, ਜੋ ਤੀਰ ਜਿਸ ਨੇ ਧਾਰਨ ਕੀਤੇ, ਤਫੰਗ ਬੰਦੂਕ ਜਿਹਨੇ ਧਾਰਨ ਕੀਤੀ ਹੋਈ ਹੈ ਦੁਸ਼ਟਾਂ ਨੂੰ ਮਾਰਨ ਵਾਸਤੇ। ਤਫੰਗੰ ਕਹੀਏ ਬੰਦੂਕ, ਤੀਰ, ਇਹਨਾਂ ਸ਼ਸਤਰਾਂ ਨੂੰ ਵੀ ਸਾਡੀ ਨਮਸਕਾਰ ਹੈ। ਜਾਂ ਤੀਰ ਤਫੰਗ ਰੂਪ ਹੋ ਕੇ ਜਿਹੜਾ ਮਹਾਂਕਾਲ ਮਾਰਦਾ ਸਭ ਨੂੰ, ਉਸ ਨੂੰ ਸਾਡੀ ਨਮਸਕਾਰ ਹੈ। ਨਮੋ ਖੱਗ ਦਗੰ ਅਭੇਯੰ ਅਭੰਗੰ। ਨਮਸਕਾਰ ਹੈ ਖੱਗ ਤਲਵਾਰ ਨੂੰ, ਅਦਗੰ ਜੋ ਬੜੀ ਚਮਕ ਰਹੀ ਹੈ, ਲਿਸ਼ਕ ਰਹੀ ਹੈ, ਚਮਕਾ ਦਮਕਾ ਮਾਰ ਰਹੀ ਹੈ, ਉਸ ਨੂੰ ਨਮਸਕਾਰ ਹੈ। ਅਤੇ ਅਭੇਯੰ ਜੋ ਭਿੰਨ ਭਿੰਨ ਰੂਪ ਹੋ ਕੇ, ਅਭੰਗੰ ਨਾਸ ਤੋਂ ਰਹਿਤ ਹੈ, ਜੋ ਭਿੰਨ ਭਿੰਨ ਰੂਪਾਂ ਵਿੱਚ ਨਾਸ ਤੋਂ ਰਹਿਤ ਹੋ ਰਹੀ ਹੈ, ਉਸ ਨੂੰ ਸਾਡੀ ਨਮਸਕਾਰ ਹੈ। ਨਮੋ ਖੱਗ ਅਦਗੰ, ਜਿਸ ਵਾਹਿਗੁਰੂ ਨੇ ਖੜਗ ਧਾਰਨ ਕੀਤੀ ਹੋਈ ਹੈ, ਤਲਵਾਰ। ਅਦਗੰ ਜੋ ਨਾਸ ਤੋਂ ਰਹਿਤ ਹੈ, ਦਾਗ ਤੋਂ ਰਹਿਤ ਹੈ। ਅਭੇਯੰ ਜੋ ਭਿੰਨ ਭਿੰਨ ਰੂਪਾਂ ਵਿੱਚ ਹੋ ਕੇ ਵਰਤ ਰਿਹਾ ਹੈ, ਬੇਅੰਤ ਕਿਸਮਾਂ ਵਿੱਚ। ਅਭੰਗੰ ਜੋ ਅਟੁੱਟ ਹੈ, ਨਾਸ ਤੋਂ ਰਹਿਤ, ਅਖੰਡ ਸਰੂਪ ਹੈ, ਭਾਵ ਸਤ ਸਰੂਪ ਹੈ, ਜੋ ਦੇਸ਼ ਕਾਲ ਵਸਤੂ ਪ੍ਰਛੇਦ ਰਹਿਤ ਹੈ, ਇਸ ਤਰ੍ਹਾਂ ਨਾਸ ਤੋਂ ਰਹਿਤ ਹੈ, ਜੋ ਉਸ ਨੂੰ ਸਾਡੀ ਨਮਸਕਾਰ ਹੈ। ਨਮੋ ਖੱਗ ਅਦਗੰ। ਅਦਗੰ ਜੋ ਖੱਗ ਕਹੀਏ ਤਲਵਾਰ ਵਾਂਗ, ਅਦਗੰ ਕਹੀਏ ਚਮਕ ਦਮਕ ਰਿਹਾ ਜਿਸ ਦਾ ਸਰੂਪ, ਉਸ ਨੂੰ ਸਾਡੀ ਨਮਸਕਾਰ ਹੈ। ਅਭੇਯੰ ਜੋ ਭੈ ਤੋਂ ਰਹਿਤ ਹੈ। ਅਭੰਗ ਅਤੇ ਅਭੇਯੰ ਜੋ ਭੈ ਤੋਂ ਰਹਿਤ ਹੈ। ਅਭੰਗੰ ਅਟੁੱਟ ਹੈ, ਅਖੰਡ ਹੈ, ਨਾਸ ਤੋਂ ਰਹਿਤ ਹੈ, ਉਸ ਨੂੰ ਸਾਡੀ ਨਮਸਕਾਰ ਹੈ। ਸਿੱਧਾ ਜਿਹਾ ਕਰਨ ਵਾਸਤੇ ਅਰਥ ਵੀ ਖੱਗ ਅਦਗੰ ਜਿਸ ਨੇ ਲਿਸ਼ਕ ਦੀ ਤਲਵਾਰ ਧਾਰਨ ਕੀਤੀ ਹੋਈ ਹੈ, ਜੋ ਅਤੇ ਆਪ ਜੋ ਭੈ ਤੋਂ ਰਹਿਤ ਹੈ। ਅਭੰਗੰ ਜੋ ਅਟੁੱਟ ਸਰੂਪ, ਅਖੰਡ ਸਰੂਪ, ਉਸ ਨੂੰ ਨਮਸਕਾਰ ਹੈ। ਗਦਾਯੰ ਗ੍ਰਿਸ਼ਟੰ ਨਮੋ ਸਹਥੀਯੰ। ਗਦਾਯੰ ਜਿਸ ਨੇ ਗ੍ਰਿਸ਼ਟੰ ਬੜੀ ਵੱਡੀ ਤਗੜੀ ਸਖਤ ਗਦਾ
ਗੁਰਜ ਹੱਥ ਵਿੱਚ ਫੜੀ ਹੋਈ ਹੈ। ਨਮੋ ਸੈਥੀਅੰ, ਤੇ ਬਰਸ਼ੀ, ਜੋ ਲੋਹੇ ਦੀ ਵੱਡੀ ਬਰਸ਼ੀ ਹੱਥ ਵਿੱਚ ਧਾਰਨ ਕੀਤੀ, ਉਸ ਅਕਾਲ ਪੁਰਖ ਨੂੰ ਨਮਸਕਾਰ ਹੈ। ਜਾਂ ਗਦਾਇੰ ਗ੍ਰਿਸ਼ਟੰ, ਵੱਡੀ ਗੁਰਜ ਹੈ ਜਿਹੜੀ ਵੈਰੀ ਨੂੰ ਮਾਰਦੀ ਕਾਲ ਰੂਪ ਹੋ ਕੇ। ਬਰਸ਼ੀ ਲੋਹੇ ਦੀ ਤਿੱਖੀ, ਉਸ ਸ਼ਸਤਰ ਨੂੰ, ਇਹਨਾਂ ਨੂੰ ਸਾਡੀ ਨਮਸਕਾਰ ਹੈ। ਜਿਨ੍ਹਾਂ ਤੁਲਿਯੰ ਬੀਰ ਬੀਓ ਨਾ ਬੀਅੰ, ਜਿਸ ਸਮਾਨ, ਜਿਸ ਅਕਾਲ ਪੁਰਖ ਦੇ ਤੁਲ, ਉਸ ਮਹਾਂਕਾਲ ਦੇ ਤੁਲ ਸੂਰਬੀਰ ਬੀਓ ਕੋਈ ਨਾ ਬੀਅੰ, ਕੋਈ ਦੂਜਾ ਹੈ ਹੀ ਨਹੀਂ, ਪੈਦਾ ਹੀ ਨਹੀਂ ਹੋਇਆ ਹੈ ਜਿਸ ਅਕਾਲ ਪੁਰਖ ਦੇ ਬਰਾਬਰ ਦਾ ਸੂਰਬੀਰ। ਉਹ ਸਭ ਤੋਂ ਮਹਾ ਸੂਰਬੀਰ ਹੈ। ਸੂਰਬੀਰ ਬਚਨ ਕੇ ਬਲੀ, ਸੂਰਬੀਰ ਵੀ ਹਨ, ਬਚਨਾਂ ਦੇ ਵੀ ਬਲੀ ਹਨ, ਜਿਨ੍ਹਾਂ ਦੇ ਬਰਾਬਰ ਦਾ ਕੋਈ ਸੂਰਮਾ ਦੂਸਰਾ ਹੋਇਆ ਨਹੀਂ ਹੈ। ਉਸ ਅਕਾਲ ਪੁਰਖ ਮਹਾਂਕਾਲ ਨੂੰ ਗੁਰੂ ਮਹਾਰਾਜ ਕਹਿੰਦੇ ਸਾਡੀ ਨਮਸਕਾਰ ਹੈ, ਸਾਡੀ ਨਮਸਕਾਰ ਹੈ। ਅੱਗੇ ਸਤਿਗੁਰੂ ਮਹਾਰਾਜ ਜੀ ਜੋ ਰਸਾਵਲ ਛੰਦ ਦੇ ਵਿੱਚ ਹੋਰ ਉਸ ਪ੍ਰਭੂ ਦੇ ਵੀ ਉਹਨਾਂ ਨੇ ਹੱਥ ਵਿੱਚ ਕੀ ਪਕੜਿਆ ਹੋਇਆ ਹੈ, ਉਹਦਾ ਸਰੂਪ ਦੱਸਦੇ ਹੋਏ ਮਹਾਰਾਜ ਜੀ ਦਾ, ਅਕਾਲ ਪੁਰਖ ਦਾ, ਗੁਰੂ ਸਾਹਿਬ ਜੀ ਅੱਗੇ ਰਚਨਾ ਬਾਣੀ ਦੀ ਉਚਾਰਨ, ਬਾਣੀ ਦੀ ਰਚਨਾ ਕਰਨਗੇ। ਉਹ ਆਪਾਂ ਕੱਲ੍ਹ ਦੀ ਦੀਵਾਨਾ ਵੀ ਸਰਵਣ ਕਰਾਂਗੇ। ਹੁਣ ਆਪਾਂ ਇੱਥੇ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਾਰ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਸਮਾਪਤੀ। ਨਮਸਕਾਰਯੰ ਮੋਰ ਤੀਰੰ ਤੁਫੰਗੰ, ਨਮੋ ਖਗ ਅਦਗੰ ਅਭੇਯੰ ਅਭੰਗੰ, ਗਦਾਯੰ ਗ੍ਰਿਸ਼ਟੰ ਨਮੋ ਸਹਥਿਯੰ, ਜਿਨ੍ਹਾਂ ਤੁਲਿਯੰ ਬੀਰ ਬੀਓ ਨਾ ਬੀਅੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।